ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਨਾਲ ਅਸੀਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਰਚੀ ਹੋਈ ਰਚਨਾ ਜਪ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ। ਕੱਲ ਅਸੀਂ 21ਵੀਂ ਪੌੜੀ ਦੀ ਵਿਚਾਰ ਵੀਰ MP ਸਿੰਘ ਜੀ ਪਾਸੋਂ ਸਰਵਣ ਕੀਤੀ ਸੀ। ਅੱਜ ਅਸੀਂ ਉਸ ਤੋਂ ਅਗਲੀ ਪੌੜੀ 22ਵੀਂ ਪੌੜੀ ਤੇ 23ਵੀਂ ਪੌੜੀ ਜਿਸ ਹਿਸਾਬ ਨਾਲ ਸਮਾਂ ਹੋਇਆ ਉਸ ਹਿਸਾਬ ਨਾਲ ਅਸੀਂ ਵਿਚਾਰ ਕਰਾਂਗੇ। ਕੱਲ ਦੀ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਜੋ ਜ਼ਿਕਰ ਕੀਤਾ ਸੀ ਉਹ ਲੜੀ ਨਾਲ ਤੋਰਨੀ ਪਵੇਗੀ। ਉਸ ਤੋਂ ਪਹਿਲਾਂ ਇਸ ਪੌੜੀ ਦਾ ਪਹਿਲਾਂ 22ਵੀਂ ਪੌੜੀ ਦਾ ਪਾਠ ਅਸੀਂ ਕਰ ਲਈਏ। ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੀ, ਵੇਦ ਕਹਿਨ ਇੱਕ ਬਾਤ, ਸਹਿਸ 18 ਕਹਿਨ ਕਤੇਬਾਂ, ਅਸਲੋਂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਵਾਹਿਗੁਰੂ ਜੀ ਦੀ ਬੇਅੰਤਤਾ ਦਾ ਜੋ ਲੜੀ ਸ਼ੁਰੂ ਕੀਤੀ ਹੋਈ ਹੈ ਪੌੜੀਆਂ ਦੇ ਵਿੱਚ, ਲਗਭਗ 20 ਨੰਬਰ ਪੌੜੀ ਤੋਂ ਲੈ ਕੇ 27 ਨੰਬਰ ਤੱਕ ਇੱਕ ਲੜੀ ਦੇ ਹੀ ਇਹ ਸਾਰੇ ਪੌੜੀਆਂ ਹਨ। ਇਸ ਵਿੱਚ ਜਿੱਥੇ ਵਾਹਿਗੁਰੂ ਨੂੰ ਪ੍ਰਾਪਤੀ ਦਾ ਠੀਕ ਰਸਤਾ ਦੱਸਿਆ ਹੈ, ਉੱਥੇ ਦੂਜੇ ਮਤਾਂ ਵੱਲੋਂ ਪ੍ਰਚਾਰੇ ਜਾ ਰਹੇ ਵਾਹਿਗੁਰੂ ਜੀ ਦੀ ਪ੍ਰਾਪਤੀ ਲਈ ਜਾਂ ਉਸ ਦੀ ਕੁਦਰਤ ਲਈ, ਕਾਦਰ ਦੀ ਰਚੀ ਹੋਈ ਕੁਦਰਤ ਲਈ ਜੋ ਪ੍ਰਚਾਰੀਆਂ ਜਾ ਰਹੀਆਂ ਗੱਲਾਂ ਸਨ, ਉਹਨਾਂ ਦਾ ਜ਼ਿਕਰ ਵੀ ਸਤਿਗੁਰੂ ਜੀ ਨੇ ਕੀਤਾ ਹੈ। ਆਮ ਰਵਾਇਤ ਸੀ ਜਿਹੜੇ ਧਰਮੀ ਬਣ ਜਾਂਦੇ ਨੇ ਸੌਖਾ ਰਸਤਾ ਲੱਭਣ ਦੇ ਲਈ ਕਿ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਲਈਏ, ਪਰਮੇਸ਼ਰ ਨੂੰ ਮਿਲ ਲਈਏ, ਪਰਮੇਸ਼ਰ ਨਾਲ ਸਾਡਾ ਪਿਆਰ ਪੈ ਜਾਏ, ਪਰਮੇਸ਼ਰ ਨਾਲ ਅਸੀਂ ਜੁੜ ਜਾਈਏ। ਇਹ ਆਮ ਸਾਡੇ ਵਿਚਾਰ ਸੀ ਤੇ ਉਹਦੇ ਲਈ ਬਹੁਤ ਸਾਰੇ ਮਤ ਜਿਹੜੇ ਸਨ ਉਹ ਹੋਂਦ ਵਿੱਚ ਆ ਗਏ। ਬੜੇ ਮਤਾਂ ਨੇ ਆਪੋ ਆਪਣੀ ਵਿਚਾਰ ਜਿਹੜੀ ਸੀ ਉਹ ਦਿੱਤੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿੱਥੇ ਉਹਨਾਂ ਦੀ ਵਿਚਾਰਧਾਰਾ ਨੂੰ ਹੋਰ ਸਪਸ਼ਟ ਕੀਤਾ, ਉੱਥੇ ਨਾਲ ਆਪਣੇ ਜੋ ਸਿਧਾਂਤ ਹੈ ਗੁਰਮਤਿ ਦਾ ਉਹ ਸਾਨੂੰ ਦ੍ਰਿੜ ਕਰਵਾਇਆ। ਤੋ ਕੱਲ ਦੀ ਜੋ ਪੌੜੀ ਸੀ, ਜੋ ਇਸ ਤੋਂ ਪਹਿਲੀ ਪੌੜੀ 20ਵੀਂ ਪੌੜੀ ਸੀ, ਉੱਥੋਂ ਇਹ ਵਿਚਾਰ ਸ਼ੁਰੂ ਹੁੰਦੇ ਨੇ ਕਿ ਵਾਹਿਗੁਰੂ ਜੀ ਦੀ ਪ੍ਰਾਪਤੀ ਕੇਵਲ ਬਾਹਰੀ ਕਰਮ ਨਾਲ ਨਹੀਂ ਹੋਣੀ। ਵਾਹਿਗੁਰੂ ਦੀ ਪ੍ਰਾਪਤੀ ਲਈ
ਸਾਨੂੰ ਅੰਦਰ ਝਾਤ ਮਾਰਨ ਦੀ ਲੋੜ ਹੈ, ਅੰਦਰ ਵੇਖਣ ਦੀ ਲੋੜ ਹੈ। ਵਾਹਿਗੁਰੂ ਦੀ ਪ੍ਰਾਪਤੀ ਲਈ ਸਾਨੂੰ ਪਰਮ ਪਿਤਾ ਪਰਮੇਸ਼ਰ ਦੇ ਨਾਲ ਜੁੜਨ ਦੀ ਲੋੜ ਪਵੇਗੀ। ਤੋ ਇਹ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ ਸੀ। ਮੈਲੇ ਕੱਪੜੇ ਦਾ, ਸਰੀਰ ਦਾ, ਜੋ 20ਵੀਂ ਪੌੜੀ ਵਿੱਚ ਵਿਚਾਰ ਆਏ ਸਨ ਵੀ ਜੇ ਸਰੀਰ ਗੰਦਾ ਹੋ ਜਾਏ ਪਾਣੀ ਨਾਲ ਸਾਫ਼ ਕਰ ਲਈਦਾ, ਕੱਪੜਾ ਮੂਤ ਪਲੀਤੀ ਭਾਵ ਮੂਤਰ ਮਲ ਮੂਤਰ ਨਾਲ ਗੰਦਾ ਹੋ ਜਾਏ ਉਸ ਨੂੰ ਸਾਬੁਨ ਲਾ ਕੇ ਸਾਫ਼ ਕਰ ਲਈਦਾ। ਇਸੇ ਤਰ੍ਹਾਂ ਜੇ ਮੱਤ ਗੰਦੀ ਹੋ ਜਾਏ ਉਹ ਨਾ ਸਾਬਣ ਨਾਲ ਸਾਫ਼ ਹੁੰਦੀ ਹੈ, ਨਾ ਕਿਸੇ ਸ਼ੈਂਪੂ ਨਾਲ ਸਾਫ਼ ਹੁੰਦੀ ਹੈ। ਉਹਦਾ ਸ਼ੈਂਪੂ, ਉਹਦਾ ਸਾਬੁਨ ਹੈ ਵਾਹਿਗੁਰੂ ਦੀ ਯਾਦ, ਪਰਮੇਸ਼ਰ ਦੀ ਬੰਦਗੀ, ਪਰਮੇਸ਼ਰ ਦਾ ਪਿਆਰ। ਉਹਦਾ ਜਿਹੜਾ ਹੈ ਉਹ ਉਹਦਾ ਵਾਹਿਗੁਰੂ ਦਾ ਜਿਹੜਾ ਸਾਬੁਨ ਹੈ ਉਹ ਇਹ ਹੈ। ਤੋ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜੀਆਂ ਗੱਲਾਂ ਸਮਝਾਈਆਂ ਇਹ ਬੜਾ ਹੀ ਮਾਇਨੇ ਰੱਖਦੀਆਂ ਹਨ। ਸਤਿਗੁਰ ਪਾਤਸ਼ਾਹ ਜੀ ਨੇ ਜਿਹੜੀ ਗੱਲ ਸਾਨੂੰ 20ਵੀਂ ਪੌੜੀ ਵੀ ਦੱਸੀ ਸੀ ਉਹ ਇਹੋ ਹੀ ਹੈ ਕਿ ਵਾਹਿਗੁਰੂ ਦੀ ਪ੍ਰਾਪਤੀ ਜਿਹੜੀ ਹੈ ਉਹ ਤੀਰਥਾਂ ਉੱਤੇ ਨਹਾ ਕੇ ਨਹੀਂ ਹੋਣੀ, ਤੇ ਤੀਰਥਾਂ ਤੇ ਜਾ ਕੇ ਨਹੀਂ ਹੋਣੀ, ਉਹ ਵਾਹਿਗੁਰੂ ਦੇ ਗੁਣਾਂ ਨੂੰ ਹਿਰਦੇ 'ਚ ਧਾਰਨ ਕਰਨ ਦੇ ਨਾਲ ਹੋਣੀ ਹੈ। ਉਹਦੇ ਵਿੱਚ ਸਤਿਗੁਰ ਪਿਤਾ ਜੀ ਨੇ ਜਿਹੜੀ ਗੱਲ ਸਾਨੂੰ ਸਮਝਾਈ ਕਿ ਵਾਹਿਗੁਰੂ ਜੀਓ, ਇਹ ਪਿਤਾ ਪਰਮੇਸ਼ਰ ਜੀਓ, ਇਹ ਸੱਚੇ ਪਾਤਸ਼ਾਹ ਜੀਓ, ਮੈਂ ਆਪ ਜੀ ਦੇ ਗੁਣਾਂ ਨੂੰ ਕਹਿ ਨਹੀਂ ਸਕਦਾ। ਜਿੱਥੇ ਵੀ ਗੁਰੂ ਸਾਹਿਬ ਜੀ ਨੇ ਗੱਲ ਕੀਤੀ ਹੈ ਉੱਥੇ ਨਾਲ ਇਹ ਗੱਲ ਜ਼ਰੂਰ ਕੀਤੀ ਹੈ ਕਿ ਮੈਂ ਆਪ ਜੀ ਦੇ ਗੁਣਾਂ ਦੀ ਅੰਤ ਨਹੀਂ ਪਾ ਸਕਦਾ। ਤਾਂ ਉੱਥੇ ਸਪਸ਼ਟ ਹੀ ਗੱਲ ਕਰ ਦਿੱਤੀ ਸੀ ਕਿ ਮਨੁੱਖ ਦਾ ਵਧੇਰੇ ਜਿਹੜਾ ਸੰਬੰਧ ਹੈ ਉਹ ਬਾਹਰਮੁਖੀ ਦੁਨੀਆ ਨਾਲ ਹੈ, ਮਾਇਆ ਦੇ ਨਾਲ ਹੈ। ਮਾਇਆ ਦੀ ਮਮਤਾ ਕਰਕੇ ਮਨੁੱਖ ਦਾ ਮਨ ਮੈਲਾ ਹੋ ਗਿਆ। ਮੈਲਾ ਕਦ ਨਾਲ ਹੈ? ਮਨ ਬਾਹਰਮੁਖੀ ਹੋਣ ਕਰਕੇ, ਮਾਇਆ ਦੀ ਮਮਤਾ ਕਰਕੇ, ਬਾਹਰਲੀ ਪਕੜ ਕਰਕੇ। ਮਨ ਨੂੰ ਮੈਲਾ ਕਰਨ ਦੀ, ਮਨ ਮਾਇਨੇ ਨੂੰ ਨਿਰਮਲ ਕਰਨ ਦੀ ਜਿਹੜੀ ਜੁਗਤੀ ਹੈ ਉਹ ਗੁਰੂ ਜੀ ਨੇ ਦੱਸੀ। ਪਰਮੇਸ਼ਰ ਨਾਲ ਪਿਆਰ, ਪਰਮੇਸ਼ਰ ਦੀ ਪ੍ਰੀਤ, ਹੋਰ ਕੋਈ ਰਸਤਾ, ਹੋਰ ਕੋਈ ਢੰਗ ਨਹੀਂ ਹੈ ਜਿਹਦੇ ਨਾਲ ਮਨ ਦੀ ਜਿਹੜੀ ਮਲੀਨਤਾ ਦੂਰ ਕੀਤੀ ਜਾ ਸਕੇ। ਜਦੋਂ ਮਨ ਦੀ ਮਲੀਨਤਾ ਦੂਰ ਹੁੰਦੀ ਹੈ, ਅੰਦਰ ਸ਼ੁੱਧ ਹੁੰਦਾ ਹੈ, ਮਨ ਅੰਤਰਮੁਖੀ ਹੁੰਦਾ ਹੈ, ਫਿਰ ਮਨ ਆਪਣੇ ਅੰਤਰ ਦੀ ਵਸਦੇ ਹੋਏ ਪਰਮ ਪਿਤਾ ਪਰਮੇਸ਼ਰ ਦੀ ਪਹਿਚਾਣ ਕਰਦਾ ਹੈ। ਆਪਣੇ ਅੰਦਰ ਉਸ ਦੀ ਚੱਲ ਰਹੀ ਰਮਸ ਨੂੰ, ਉਸ ਦੀ ਰੋਹ ਨੂੰ ਦੇਖਦਾ ਹੈ। ਗੁਰੂ ਪਾਤਸ਼ਾਹ ਜੀ ਨੇ ਇਹ ਸਾਰੀ ਗੱਲ ਦੱਸੀ ਵੀ ਇਹ ਕਿਸੇ ਪਾਪ ਜਾਂ ਪੁੰਨ ਕੇਵਲ ਕਹਿਣ ਦੀਆਂ ਗੱਲਾਂ ਨਹੀਂ ਹਨ। ਅਸਲ ਵਿੱਚ ਜੋ ਕਰਮ ਅਸੀਂ ਕਰਦੇ ਹਾਂ ਉਸ ਕਰਮ ਦੇ ਨਾਲ ਹੀ ਨਿਬੇੜਾ ਸਾਡੇ ਉਹ ਹੁੰਦਾ ਹੈ। ਉਹ ਹੀ ਬੀਜਦੇ ਹਾਂ, ਉਹ ਬੀਜ ਹੈ ਜੋ ਸਰੀਰ ਰੂਪੀ ਧਰਤੀ ਦੇ ਵਿੱਚ ਬੀਜਿਆ ਜਾਂਦਾ ਹੈ। ਤੇ ਸਰੀਰ ਰੂਪੀ ਧਰਤੀ ਵਿੱਚ ਬੀਜਿਆ ਹੋਇਆ ਬੀਜ ਜਿੱਥੇ ਵੀ ਬੀਜ ਦੇਈਏ ਜ਼ਰੂਰ ਉਗਦਾ ਹੈ। ਜਦੋਂ ਉੱਗੇਗਾ ਤੇ ਉਹੀ ਫਲ ਮਿਲੇਗਾ ਜਿਹੜਾ ਬੀਜ ਉਹਦੇ 'ਚ ਬੀਜਿਆ ਸੀ। ਤੋ ਇਹ ਅਗਲੀ ਪੌੜੀ ਜਿਹੜੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਈ ਉਹ ਹੋਰ ਵੀ ਕਮਾਲ ਦੀ ਹੈ, ਜਿਹਦੇ ਵਿੱਚ ਸਤਿਗੁਰੂ ਜੀ ਨੇ ਤੀਰਥ, ਤਪ, ਦਇਆ, ਦਤ, ਦਾਨ ਦੀ ਗੱਲ ਕੀਤੀ। ਤੇ ਕਹਿੰਦੇ ਇਹਨਾਂ ਦੀ ਕੋਈ ਪ੍ਰਾਪਤੀ ਨਹੀਂ ਹੈ। ਤਿਲਕਾ ਮਾਨ ਜੇ ਕੋਈ ਪ੍ਰਾਪਤ ਕਰ ਵੀ ਲਵੇ ਤਾਂ ਦੁਨੀਆ ਦੀਆਂ ਨਜ਼ਰਾਂ ਵਿੱਚ ਉਹ ਮਾਨ ਪਰਮੇਸ਼ਰ ਦੇ ਘਰ ਦਾ ਨਹੀਂ ਹੈ। ਤਿਲਕਾ ਮਾਨ ਦਾ ਉਹਨੂੰ ਪਰਮੇਸ਼ਰ ਦੇ ਦਰ ਤੇ ਕੋਈ ਮਾਨ ਨਹੀਂ ਹੈ। ਹਾਂ, ਦੁਨੀਆ ਵਿੱਚ ਹੋ ਸਕਦਾ ਉਹਦੀ ਕੋਈ ਵਡਿਆਈ ਜਾਂ ਸੋਭਾ ਕਰ ਲਵੇ, ਫਲਾਣਾ ਬੜਾ ਧਰਮੀ ਹੈ ਤੇ ਫਲਾਣਾ ਬੜਾ ਵੱਡਾ ਹੈ। ਤੇ ਜੇ ਦੁਨੀਆ ਦੇ ਵਿੱਚ ਜਿਹੜਾ ਮਾਨ ਹੈ ਉਹਦੀ ਵੈਲਿਊ ਨਹੀਂ ਹੈ, ਉਹਦੀ ਕੋਈ ਕੀਮਤ ਪਰਮੇਸ਼ਰ ਦੇ ਘਰ ਵਿੱਚ ਨਹੀਂ ਹੈ। ਕਿਉਂਕਿ ਗੁਰੂ ਸਾਹਿਬ ਤਾਂ ਕਹਿੰਦੇ ਦੁਨੀਆ ਦੀਆਂ ਵਡਿਆਈਆਂ ਅੱਗੀ ਸੇਤੀ ਜਾਲ, ਤੇ ਦੁਨੀਆ ਦੀਆਂ ਵਡਿਆਈਆਂ ਤਾਂ ਅੱਗ 'ਚ ਪਾ ਕੇ ਸਾੜ ਦੇ। ਦੁਨੀਆ ਦੀ ਸੋਭਾ, ਦੁਨੀਆ ਦੀ ਵਡਿਆਈ ਕੀ ਕਰਨੀ ਹੈ ਵੀ ਉਹ ਤਾਂ ਅੱਗ 'ਚ ਪਾ ਕੇ ਸਾੜ ਦੇ। ਤੇ ਜੇ ਕੋਈ ਪਾ ਲੈਂਦਾ ਕਹਿੰਦੇ ਤਿਲਕਾ ਮਾਨ ਭਾਵ ਬਾਹਰ ਲੈ ਦੁਨੀਆ ਦੀ ਵਡਿਆਈ ਉਹਨੂੰ ਮਿਲ ਜਾਂਦੀ ਹੈ। ਕੋਈ ਦਾਨੀ ਹੋਵੇ, ਲੋਕ ਬੜਾ ਕਰ ਲੋ ਫਲਾਣੇ ਨੇ ਬੜਾ ਦਾਨ ਦਿੱਤਾ ਜੀ, ਉਹ ਤਾਂ ਬੜਾ ਵੱਡਾ ਦਾਨੀ ਹੈ। ਹਾਂ, ਦੁਨੀਆ ਦੀਆਂ ਨਜ਼ਰਾਂ ਵਿੱਚ ਹੈ, ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਕਬੂਲ ਹੋਵੇ ਤਾਂ ਹੀ ਗੱਲ ਬਣਨੀ ਹੈ। ਤਾਂ ਸਤਿਗੁਰੂ ਜੀ ਨੇ ਫਿਰ ਉੱਥੇ ਜਿਹੜੀ ਮਿਲਣ ਦੀ ਜੁਗਤੀ ਦੱਸੀ ਸੀ ਉਹ ਬੜੀ ਜੁਗਤੀ ਕਮਾਲ ਦੀ ਸੀ। ਉਹ ਕੀ ਵੀ ਉਹਦਾ ਨਾਮ ਸੁਣਨਾ, ਮੰਨਣਾ ਤੇ ਫਿਰ ਪ੍ਰੇਮ ਪਾਉਣਾ। ਤਿੰਨ ਚੀਜ਼ਾਂ ਜਿਹੜੀਆਂ ਗੁਰੂ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖੀਆਂ ਸੀ। ਸੁਣਿਆ, ਮੰਨਿਆ, ਮਨ ਕੀਤਾ ਭਾਵ। ਫਿਰ ਅੰਤਰਗਤ ਤੀਰਥ, ਫਿਰ ਅੰਦਰਲੇ ਤੀਰਥ ਦਾ ਇਸ਼ਨਾਨ ਹੁੰਦਾ ਹੈ। ਬਾਹਰਲੇ ਤੀਰਥ ਦੀ ਉੱਥੇ ਕੋਈ ਕਹਾਣੀ ਨਹੀਂ ਹੈ, ਨਾ ਕਿ ਬਾਹਰਲੇ ਤੀਰਥ ਦੀ ਗੱਲ ਗੁਰੂ ਸਾਹਿਬ ਜੀ ਨੇ ਸਾਨੂੰ ਉੱਥੇ ਸਾਨੂੰ ਸਮਝਾਈ। ਤਾਂ ਉੱਥੇ ਸਾਡੀ ਇਹ ਜਿਹੜੀ ਗੱਲ ਪੌੜੀ ਪੌੜੀ ਦਾ ਸਾਰ ਜਿਹੜਾ ਸਾਨੂੰ ਸਮਝ ਆਇਆ ਵੀ ਤੀਰਥਾਂ ਉੱਤੇ ਇਸ਼ਨਾਨ ਜਾਂ ਦਇਆ ਕਰਨ ਨਾਲ ਭਾਵ ਸਿੱਖ ਨੇ ਦਇਆ ਦੀ ਗੱਲ, ਦਾਨ ਦੀ ਗੱਲ ਜਿਹੜੀ ਹੈ ਇਹਨੂੰ ਵੀ ਸਮਝਣ ਦੀ ਲੋੜ ਹੈ।
ਇਹ ਕਦੀ ਹੋਰ ਆਪਾਂ ਵਿਸਥਾਰ ਕਰਾਂਗੇ ਵੀ ਸਿੱਖ ਦੀ ਦਇਆ ਕੀ ਹੈ। ਇਹ ਪਰਉਪਕਾਰੀ ਜੀਵਨ ਹੈ ਇਹਦਾ ਤਰਸ ਨਹੀਂ ਹੈ, ਪਰਉਪਕਾਰ ਹੈ। ਦਾਨ ਨਹੀਂ ਹੈ, ਇਹ ਭੇਟ ਹੈ। ਇਹ ਕੁਛ ਉਹਦੇ ਦਿੱਤੀ ਦਾਤ ਵਿੱਚੋਂ ਦਿੰਦਾ ਹੈ। ਦਾਨ ਹਮੇਸ਼ਾ ਮਾਲਕ ਦੇ ਸਕਦਾ, ਦਾਨ ਇਨਸਾਨ ਨਹੀਂ ਦੇ ਸਕਦਾ। ਦਾਨ ਹਮੇਸ਼ਾ ਆਪਣੇ ਤੋਂ ਨੀਵੇਂ ਨੂੰ ਦਿੱਤਾ ਜਾਂਦਾ ਹੈ। ਕਈ ਵਾਰੀ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਕਹਿ ਦਿੰਦੇ ਹਾਂ ਜੀ ਇਹਨੇ ਫਲਾਣੇ ਨੇ ਇੰਨਾ ਦਾਨ ਦਿੱਤਾ। ਗੁਰਦੁਆਰਾ ਕੋਈ ਮੰਗਤਿਆਂ ਦਾ ਘਰ ਨਹੀਂ ਹੈ, ਗੁਰੂ ਘਰ ਤਾਂ ਮਾਲਕ ਦਾ ਘਰ ਹੈ, ਦਾਤੇ ਦਾ ਘਰ ਹੈ। ਦਾਤੇ ਨੂੰ ਥੋੜੀ ਅਸੀਂ ਦੇ ਸਕਦੇ ਹਾਂ, ਦਾਨ ਦੇ ਸਕਦੇ ਹਾਂ। ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਜੇ ਕੁਝ ਦੇ ਵੀ ਦਿੱਤਾ ਤਾਂ ਉਹਦੀ ਦਾਤ ਵਿੱਚੋਂ ਦਿੱਤਾ। ਜੇ ਉਹਦੇ ਕੋਲੋਂ ਲੈ ਕੇ ਉਹਦੀ ਦਾਤ ਦੇ ਕੇ ਫਿਰ ਵਡਿਆਈ ਖਿੱਚਣੀ ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਸੋਭਾ ਸੰਸਾਰ ਦੀ ਲੈਣੀ, ਇਹਦੇ ਨਾਲ ਵਾਹਿਗੁਰੂ ਦੇ ਦਰ ਤੇ ਕੋਈ ਮਾਨ ਪ੍ਰਾਪਤੀ ਨਹੀਂ ਹੋ ਸਕਦੀ। ਤੇ ਜੇ ਹੁੰਦਾ ਵੀ ਹੈ ਤੇ ਥੋੜਾ ਜਿਹਾ ਦੁਨੀਆ ਦੇ ਵਿੱਚ ਮਾਨ ਵਡਿਆਈ ਮਿਲ ਜਾਂਦੀ ਹੈ, ਪਰ ਜਿਹੜਾ ਮਨੁੱਖ ਮਨ ਵਿੱਚ ਪ੍ਰੇਮ ਭਾਵਨਾ ਧਾਰਨ ਕਰਦਾ ਸਹੀ ਅਰਥਾਂ 'ਚ, ਉਹ ਆਪਣੇ ਅੰਦਰਲੇ ਹਿਰਦੇ ਰੂਪੀ ਤੀਰ ਦੇ ਉੱਤੇ ਇਸ਼ਨਾਨ ਕਰ ਲੈਂਦਾ ਹੈ। ਇਸ਼ਨਾਨ ਦਾ ਦਾਨ, ਇਸ਼ਨਾਨ ਤੇ ਦਾਨ ਚੰਗਾ ਕਰਮ ਹੈ, ਪਰ ਬਾਹਰਲੇ ਕਰਮ ਨਾਲ ਅਭਿਮਾਨ ਆ ਜਾਂਦਾ, ਅੰਦਰ ਹਉਮੈ ਆ ਜਾਂਦੀ ਹੈ, ਅੰਦਰ ਹੰਕਾਰ ਆ ਜਾਂਦਾ। ਗੁਰੂ ਸਾਹਿਬ ਜੀ ਨੇ ਬਾਹਰਲੇ ਇਸ਼ਨਾਨ ਦੀ ਗੱਲ ਗੁਰਬਾਣੀ 'ਚ ਬਾਰ-ਬਾਰ ਦੁਹਰਾਈ ਹੈ। ਤੀਰਥ ਨਹਾਏ ਨਾ ਉਤਰ ਸਮੈਲ, ਕਰਮ ਧਰਮ ਸਭ ਹਉਮੈ ਫੈਲ, ਵੀ ਇਹਨਾਂ ਦੇ ਨਾਲ ਮੈਲ ਨਹੀਂ ਉਤਰਦੀ। ਇਸ ਲਈ ਗੁਰਦੇਵ ਜੀ ਨੇ ਜਿਹੜਾ ਜ਼ੋਰ ਦਿੱਤਾ ਸੀ ਉਹ ਦਿੱਤਾ ਸੀ ਤੀਰਥ ਨਹਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ, ਹੋਂ ਨਾਮ ਹਰਿ ਕਾ ਸਦਾ ਜਾਂਚੂ, ਦੇਹੁ ਪ੍ਰਭ ਧਰਨੀ ਧਰਾ। ਇਹ ਵਾਹਿਗੁਰੂ ਦੇ ਨਾਮ ਦੀ ਦਾਤ ਦੇ ਪ੍ਰਭ ਧਰਨੀ ਧਰਾ। ਤੋ ਅਰਦਾਸ ਵੀ ਸਾਨੂੰ ਇਹੀ ਕਰਨੀ ਚਾਹੀਦੀ ਹੈ, ਵਾਹਿਗੁਰੂ ਜੀ ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਇਹ ਅਰਦਾਸ ਗੁਰੂ ਅੱਗੇ ਕਰਨੀ ਚਾਹੀਦੀ ਹੈ। ਵੀ ਗੁਰੂ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਨੇ ਉਸ ਦੀ ਬੇਅੰਤਤਾ ਦਾ ਜ਼ਿਕਰ ਕੀਤਾ, ਵਾਹਿਗੁਰੂ ਸਾਰੇ ਤੇਰੇ ਤਾਂ ਗੁਣ ਨੇ, ਮੇਰੀ ਕੀ ਪਾਇਆ ਹੈ ਕਿ ਮੈਂ ਤੇਰੇ ਗੁਣ ਕਹਿ ਸਕਾਂ। ਸਤਿਗੁਰੂ ਜੀ ਨੇ ਨਾਲ ਹੀ ਗੱਲ ਕਿਹਾ ਸੀ, ਪ੍ਰਭੂ ਦੀ ਰਚਨਾ ਬੜੀ ਬੇਅੰਤ ਹੈ। ਬਹੁਤ ਰਚਨਾ ਦਾ ਜਿੱਥੋਂ ਤੱਕ ਸੰਬੰਧ ਹੈ ਉਹ ਬੇਅੰਤ ਹੈ। ਉਹਦੀ ਬੇਅੰਤਤਾ ਦਾ ਕੋਈ ਗਿਆਨੀ ਜਾਂ ਕੋਈ ਵਿਗਿਆਨੀ, ਕੋਈ ਗਿਆਨੀ ਜਾਂ ਕੋਈ ਵਿਗਿਆਨੀ, ਮੈਂ ਦੋਨਾਂ ਦੇ ਲਫ਼ਜ਼ ਇਸ ਕਰਕੇ ਵਰਤਿਆ ਕਿ ਧਾਰਮਿਕ ਦੁਨੀਆ ਵਾਲੇ ਵੀ ਤੇ ਸਾਇੰਟਿਸਟ ਵੀ, ਜਿਹੜੇ ਬਾਹਰਲੀ ਦੁਨੀਆ ਵਾਲੇ ਵੀ, ਗਿਆਨੀ ਤੇ ਵਿਗਿਆਨੀ, ਇਹ ਉਹਦਾ ਥੋ ਪਤਾ ਨਹੀਂ ਪਾ ਸਕਦੇ, ਉਸਦੀ ਅੰਤ ਨਹੀਂ ਪਾ ਸਕਦੇ। ਪੰਡਤ, ਮੌਲਵੀਆਂ, ਸਿੱਧਾਂ, ਜੋਗੀਆਂ ਨੇ ਸਮਾਧੀ ਲਾ ਕੇ ਪ੍ਰਭੂ ਦੀ ਰਚਨਾ ਬਾਰੇ ਭੇਦ ਲੱਭਣ ਦਾ ਯਤਨ ਕੀਤਾ, ਪਰ ਸਾਰੇ ਹਾਰ ਗਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਇਹੋ ਗੱਲ ਸਾਨੂੰ, ਅਸੀਂ ਉਹਨਾਂ ਦੀ ਜਦੋਂ ਬਾਣੀ ਪੜ੍ਹਦੇ ਹਾਂ, ਚੌਪਈ ਪੜ੍ਹਦੇ ਹਾਂ, ਆਦਿ ਅੰਤਿਕੇ ਅਵਤਾਰਾਂ ਦੀ ਗੱਲ ਕਰਦੇ ਹਾਂ, ਉਹਦੇ 'ਚ ਵੀ ਸਾਰੇ ਗੁਰੂ ਪਾਤਸ਼ਾਹ ਨੇ ਉਹੀ ਕਹਾਣੀ ਸਾਨੂੰ ਦੱਸੀ ਹੈ। ਪਰਮ ਪਿਤਾ ਪਰਮੇਸ਼ਰ ਦੀ ਗੱਲ ਜਿਹੜੀ ਹੈ ਉਹ ਦੱਸੀ ਹੈ। ਤੋ ਇਹ ਸਤਿਗੁਰੂ ਜੀ ਨੇ ਕੱਲ੍ਹ ਦੀ ਪਰਸੋਂ ਜਿਹੜੀਆਂ ਅਸੀਂ 2 ਪੌੜੀਆਂ ਕੀਤੀਆਂ, ਉਹਦੇ ਸੰਖੇਪ ਜਿਹਾ ਜ਼ਿਕਰ, ਕਿਉਂਕਿ ਅੱਜ ਉਹੀ ਲੜੀ ਅੱਗੇ ਤੁਰਦੀ ਹੈ। ਤਾਂ ਹੁਣ ਅੱਜ ਗੁਰੂ ਪਾਤਸ਼ਾਹ ਜੀ ਨੇ ਅੱਗੇ ਜ਼ਿਕਰ ਕੀਤਾ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਉਹ ਲੱਖ ਜਿਹੜਾ ਹੈ ਦੋਨੇ ਪਾਸੇ ਹੀ ਨਾਲ ਜੁੜਦਾ ਹੈ, ਆਗਾਸਾਂ ਦੇ ਨਾਲ ਵੀ, ਪਤਾਲ ਦੇ ਨਾਲ ਵੀ। ਪਤਾਲਾਂ, ਪਾਤਾਲਾਂ, ਪਾਤਾਲ ਕੱਕੇ ਪੱਪੇ ਨੂੰ ਕਰਨਾ ਹੈ, ਪਾਤਾਲਾਂ, ਇਹਨੂੰ ਅਸੀਂ ਪਤਾਲਾਂ ਨਹੀਂ ਪੜ੍ਹਨਾ, ਪਾਤਾਲਾਂ ਪਾਤਾਲ, ਇਹਦਾ ਮਤਲਬ ਦੋਨੇ ਕੰਨਾ ਜਿਹੜਾ ਹੈ ਨਾਲ ਬੋਲਿਆ ਜਾਏਗਾ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਪਤਾਲਾਂ ਦੇ ਥੱਲੇ ਹੋਰ ਪਤਾਲ, ਇਸ ਪਤਾਲ ਦੇ ਥੱਲੇ ਹੋਰ ਪਤਾਲ, ਤੇ ਆਕਾਸ਼ ਦੇ ਉੱਤੇ ਹੋਰ ਆਕਾਸ਼, ਇੱਕ ਨਹੀਂ, 2 ਨਹੀਂ, ਲੱਖਾਂ ਹੀ ਹਨ। ਹੁਣ ਲੱਖ ਲਫ਼ਜ਼ ਦੋਨੇ ਪਾਸੇ ਲੱਗਦਾ ਵੀ ਲੱਖਾਂ ਆਕਾਸ਼ ਤੇ ਲੱਖਾਂ ਹੀ ਪਤਾਲ ਜਿਹੜੇ ਨੇ ਉਹ ਇੱਥੇ ਉਹਨੇ ਪਰਮੇਸ਼ਰ ਨੇ ਬਣਾਏ ਹਨ। ਹੁਣ ਅਜੇ ਤਾਂ ਅਸੀਂ ਇੱਕ ਆਕਾਸ਼ ਦੀ ਗੱਲ ਕਰਦੇ ਹਾਂ। ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਆਕਾਸ਼ ਦੇ ਆਕਾਸ਼ ਵਿੱਚ ਚੜੇ ਹੋਏ ਇੱਕ ਤਾਰੇ ਦਾ ਵੀ ਅਸੀਂ ਅਜੇ ਤੱਕ ਅੰਤ ਨਹੀਂ ਪਾ ਸਕੇ। ਤੇ ਇੰਨੇ ਵੱਡੀ ਗਿਣਤੀ ਵਿੱਚ ਤਾਰੇ, ਇਹਨਾਂ ਦੇ ਅੰਤ ਪਾਉਣ ਦੀਆਂ ਗੱਲਾਂ ਅਸੀਂ ਕਦੋਂ ਕਰਾਂਗੇ? ਸ਼ਾਇਦ ਸੰਭਵ ਹੀ ਨਹੀਂ ਹੈ। ਇਹੋ ਹੀ ਗੱਲ ਕਰਨੀ ਚਾਹੀਦੀ ਵੀ ਸੰਭਵ ਹੀ ਨਹੀਂ ਹੈ, ਕਿਉਂਕਿ ਇੱਥੇ ਫਿਰ ਇੱਕ ਆਕਾਸ਼ ਦੀ ਗੱਲ ਹੈ। ਇਹ ਤਾਂ ਇੱਕ ਆਕਾਸ਼ ਹੈ ਜਿਹਦੇ ਤਾਰੇ ਨਜ਼ਰ ਆਉਂਦੇ ਨੇ, ਤੇ ਇਸ ਤੋਂ ਉੱਤੇ ਲੱਖਾਂ ਹੋਰ ਆਕਾਸ਼ ਨੇ, ਉਹਨਾਂ 'ਚ ਹੋਰ ਤਾਰੇ ਹੋਣਗੇ। ਹੋ ਸਕਦਾ ਹੈ ਵੀ ਉਹ ਤਾਰਿਆਂ ਵਾਲੇ ਇਸ ਧਰਤੀ ਦੀ ਖੋਜ ਕਰਦੇ ਹੋਣ ਤੇ ਅਸੀਂ ਧਰਤੀ ਵਾਲੇ ਤਾਰਿਆਂ ਦੀ ਖੋਜ ਵਿੱਚ ਜੁੜੇ ਹੋਈਏ, ਅਸੀਂ ਸੂਰਜ ਨੂੰ ਦੇਖਦੇ ਹੋਈਏ, ਚੰਦਰਮਾ ਤੇ ਪਹੁੰਚ ਜਾਈਏ ਤੇ ਚੰਦਰਮਾ ਬਾਰੇ ਇਸ ਧਰਤੀ ਦੀ ਪਹੁੰਚ ਗੱਲ ਦੀ ਸੋਚਦੇ ਹੋਣ, ਕਿਉਂਕਿ ਉੱਥੇ ਧਰਤੀਆਂ ਹੋਰ ਨੇ।
ਇਸ ਤੋਂ ਦੂਰ ਹਰ ਪਾਸੇ ਧਰਤੀ ਤੇ ਧਰਤੀ ਹੈ। ਤੇ ਗੁਰੂ ਸਾਹਿਬ ਇੱਥੇ ਹੀ ਗੱਲ ਕਹਿੰਦੇ ਨੇ, ਵੇਖ ਮੇਰੇ ਮਾਲਕਾ, ਇਹ ਮੇਰੇ ਪਾਤਸ਼ਾਹ, ਮੇਰੇ ਕੋਲ ਕੋਈ ਕਲਮ ਨਹੀਂ ਹੈ, ਮੇਰੇ ਕੋਲ ਕੋਈ ਅੱਖਰ ਨਹੀਂ ਹਨ, ਨਾ ਹੀ ਕੋਈ ਮੇਰੇ ਕੋਲ ਅੱਖਰਾਂ ਦਾ ਜੋੜ ਹੈ, ਨਾ ਹੀ ਮੇਰੇ ਕੋਲ ਕੋਈ ਸ਼ਬਦਾਵਲੀ ਹੈ ਵੀ ਜਿਹੜਾ ਅੱਖਰਾਂ ਦੇ ਘੇਰੇ ਵਿੱਚ ਮੈਂ ਤੇਰੇ ਬਾਰੇ ਕੁਝ ਕਹਿ ਸਕਾਂ। ਦੇਖੋ ਗੁਰੂ ਸਾਹਿਬ ਜੀ ਦੀ ਬੇਅੰਤਤਾ ਦੇਖੋ ਇਸ ਪੌੜੀ ਦੇ ਵਿੱਚ, ਜਿਹੜੀ ਗੁਰੂ ਸਾਹਿਬ ਜੀ ਨੇ ਗੱਲ ਕੀਤੀ ਹੈ ਕਿ ਕਹਿੰਦੇ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਹੈ, ਕੋਈ ਗੱਲ ਕਹਿਣ ਦੀ ਹੈ ਹੀ ਨਹੀਂ। ਇਹ ਤਾਂ ਲੱਖਾਂ ਹੀ ਤੇ ਧਰਤੀਆਂ ਨੇ, ਲੱਖਾਂ ਹੀ ਆਕਾਸ਼ ਨੇ, ਲੱਖਾਂ ਹੀ ਪਤਾਲ ਹਨ, ਇੱਕ ਥੋੜੀ ਹੈ। ਇਹ ਤਾਂ ਹੇਠਾਂ ਤੋਂ ਹੇਠਾਂ ਹੋਰ ਹੈ। ਕਦੀ ਤੁਸੀਂ ਬੋਰ ਕਰਦੇ ਦੇਖਿਓ ਆਪਣੇ, ਜਿਹੜੀ ਖਾਸ ਕਰਕੇ ਜੇ ਕਿਤੇ ਜ਼ਮੀਨ ਦੀ ਖੇਤੀ ਕਿਸੇ ਨੇ ਕੀਤੀ ਹੋਵੇ, ਬੋਰ ਜਦੋਂ ਅਸੀਂ ਧਰਤੀ ਵਿੱਚ ਕਰਦੇ ਆ ਨਾ ਪਾਣੀ ਲੈਣ ਲਈ ਜ਼ਮੀਨ ਦੇ ਵਿੱਚੋਂ, ਪਹਿਲਾਂ 20-25-30 ਫੁੱਟ ਦੇ ਉੱਤੇ ਇੱਕ ਰੇਤ ਜਿਹੀ ਹੁੰਦੀ ਹੈ, ਉੱਥੇ ਰੇਤਲੀ ਧਰਤੀ ਹੈ ਥੱਲੇ, ਉਸ ਰੇਤ ਵਿੱਚ ਬੜਾ ਹਲਕਾ ਜਿਹਾ ਪਾਣੀ ਹੁੰਦਾ ਹੈ। ਇਸ ਦਾ ਮਤਲਬ ਇਹ ਹੈ 30-35 ਫੁੱਟ ਤੇ 40 ਫੁੱਟ ਤੇ ਵੀ ਉਹ ਪਾਣੀ ਆ ਜਾਂਦਾ ਹੈ। ਪਰ ਅੱਜ ਕੱਲ੍ਹ ਉਹ ਪਾਣੀ, ਕਿਉਂਕਿ ਸਾਡੇ ਪੰਜਾਬ ਦੀ ਧਰਤੀ ਦਾ ਖਾਸ ਕਰਕੇ ਉਹ ਪਾਣੀ ਖਤਮ ਹੋ ਗਿਆ, ਉੱਥੇ ਪਾਣੀ ਸਾਰਾ ਹੀ ਅਸੀਂ ਤਕਰੀਬਨ ਉਹ ਪਹਿਲਾਂ ਕੱਢ ਲਿਆ, 40 ਫੁੱਟ ਦੇ ਬੋਰ ਕਰਕੇ ਉੱਥੋਂ ਪਾਣੀ ਕੱਢ ਲਿਆ। ਉਸ ਧਰਤੀ ਤੋਂ ਪਾਣੀ ਅਸੀਂ ਖਤਮ ਕਰ ਰਹੇ ਹਾਂ। ਥੋੜਾ ਜਿਹਾ ਹੋਰ ਥੱਲੇ ਜਾਓ, ਪਾਣੀ ਦੇ ਥੱਲੇ ਫਿਰ ਥੋੜੀ ਕਰਲਾਠੀ ਜ਼ਮੀਨ ਆਉਂਦੀ ਹੈ, ਕਰੜੀ, ਉੱਥੇ ਬੋਰਾ ਕਰਨ ਲੱਗਿਆ ਬੜਾ ਟਾਈਮ ਲੱਗਦਾ ਹੈ। ਥੋੜਾ ਹੋਰ ਥੱਲੇ ਜਾਓ, ਫਿਰ ਉਹਦੇ ਵਿੱਚੋਂ ਵੱਟੇ, ਜਿਵੇਂ ਅਸੀਂ ਰੋੜਾਂ ਜਾਂ ਇਹੋ ਜਿਹੀਆਂ ਚੀਜ਼ਾਂ ਨੇ, ਇਹਦਾ ਮਤਲਬ ਥੱਲੇ ਉਹ ਪਹਾੜੀ ਕੋਈ ਚੀਜ਼ ਹੈ, ਕੋਈ ਪਹਾੜਾਂ ਵਾਂਗੂ ਵੱਟੇ ਨੇ, ਵੱਟੀਆਂ ਨਿਕਲਦੀਆਂ ਨੇ ਉਹਦੇ ਵਿੱਚੋਂ, ਬੋਰਿੰਗ ਦੇ ਵਿੱਚੋਂ ਜਦੋਂ ਅਸੀਂ ਬੋਰ ਕਰਦੇ ਹਾਂ, ਵਿੱਚੋਂ ਜਿਹੜੀ ਉਹ ਬੋਕੀ ਬਾਹਰ ਲਿਆਉਂਦੇ ਨੇ, ਉਹਦੇ ਚੋਂ ਬਾਹਰ ਸੁੱਟਦੇ ਆ ਨਾ, ਮਿੱਟੀ ਦੇ ਨਾਲ ਵਿੱਚ ਵੱਟੇ ਨਿਕਲਦੇ ਨੇ, ਵੱਟੀਆਂ ਨਿਕਲਦੀਆਂ ਨੇ। ਇਹਦਾ ਮਤਲਬ ਇਹ ਹੈ ਵੀ ਥੱਲੇ ਹੋਰ ਉਹਦੇ ਕੋਈ ਪਹਾੜੀ ਜਾਂ ਪਹਾੜੀ ਜ਼ਮੀਨ ਵੀ ਉਹਦੇ ਥੱਲੇ ਹੋਰ ਹੈ। ਫਿਰ ਥੱਲੇ ਜਾਂਦੇ ਆ, ਥੋੜੀ ਜਿਹੀ ਨਰਮ ਦੀ ਜ਼ਮੀਨ ਆ ਜਾਂਦੀ ਹੈ, ਉੱਥੇ ਜਲਦੀ ਬੋਰ ਹੋ ਜਾਂਦਾ ਹੈ। ਪਰ 400-500 ਫੁੱਟ ਤੱਕ ਜਾਣ ਤੱਕ ਹੀ ਸਾਨੂੰ 8-10 ਤਰ੍ਹਾਂ ਦੀਆਂ ਧਰਤੀਆਂ ਤੇ ਉਹਨਾਂ ਦੇ ਥੱਲੇ ਜਿਹੜੀਆਂ ਚੀਜ਼ਾਂ ਉਹ ਸਾਨੂੰ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਤੇ ਅਸੀਂ ਤਾਂ ਗੁਰੂ ਸਾਹਿਬ ਜੀ ਤਾਂ ਇੱਥੇ ਲੱਖਾਂ ਦੀ ਗੱਲ ਕਰਦੇ ਨੇ, ਵੀ ਇੱਕ ਧਰਤੀ, ਦੋ ਧਰਤੀ, ਚਾਰ ਧਰਤੀ, ਪੰਜ ਧਰਤੀ ਦੀ ਗੱਲ ਹੀ ਨਹੀਂ ਇੱਥੇ। ਕਹਿੰਦੇ ਮੇਰੇ ਕੋਲ ਤਾਂ ਅੱਖਰ ਹੀ ਨਹੀਂ ਨੇ ਵੀ ਮੈਂ ਤੇਰੇ ਬਾਰੇ ਇਹ ਵਾਹਿਗੁਰੂ ਜੀ ਕੋਈ ਗੱਲ ਕਰ ਸਕਾਂ। ਸੱਚਮੁੱਚ ਕਵਾਂ, ਕਹਿੰਦੇ ਇਹ ਸਾਰੇ ਤਿੰਨੇ ਭਵਨ, ਸਾਰਾ ਹੀ ਜਗਤ ਮੇਰੇ ਮਾਲਕ ਤੋਂ ਆਪਣੇ ਹੁਕਮ ਵਿੱਚ ਰਚਿਆ। ਇਹ ਕੌਣ ਕਹਿੰਦਾ ਹੈ ਇਹ ਗੱਲਾਂ ਲੱਖਾਂ ਦੀਆਂ? ਇਹ ਕਹਿੰਦੇ ਨੇ ਵੇਦ, ਧਾਰਮਿਕ ਪੁਸਤਕਾਂ ਇਹ ਗੱਲ ਕਹਿੰਦੀਆਂ ਨੇ। ਉਹਨਾਂ ਨੇ ਲੱਖਾਂ ਦੀ ਇਹਦੀ ਗਿਣਤੀ ਕਰਤੀ। ਬੇਨਤੀ ਹੈ ਵੀ ਲੱਖ ਕਹਿਣਾ ਵੀ ਇੱਕ ਗਿਣਤੀ ਹੈ, ਕਈ ਲੱਖ ਕਹਿਣਾ ਵੀ ਗਿਣਤੀ ਹੈ, ਜਦ ਕਿ ਉਹ ਗਿਣਤੀ 'ਚ ਆ ਹੀ ਨਹੀਂ ਸਕਦਾ, ਉਹਨੂੰ ਗਿਣਤੀ 'ਚ ਅਸੀਂ ਲਿਆ ਹੀ ਨਹੀਂ ਸਕਦੇ। ਪਤਾਲਾਂ ਦੇ ਹੇਠ ਲੱਖਾਂ ਪਤਾਲ ਤੇ ਆਕਾਸ਼ਾਂ ਦੇ ਉੱਤੇ ਲੱਖਾਂ ਆਕਾਸ਼, ਬੇਅੰਤ ਰਿਸ਼ੀ ਮੁਨੀ ਜਿਹੜੇ ਸਨ, ਉੜਕ ਦਾ ਅਰਥ ਹੁੰਦਾ ਅਖੀਰ, ਅਖੀਰਲਾ ਬੰਨਾ, ਉਹਦਾ ਅਖੀਰਲਾ ਬੰਨਾ ਲੱਭਦੇ ਰਹੇ ਵੀ ਉਹ ਧਰਤੀਆਂ ਦੇ ਬੰਨੇ ਦੇਖ ਲਵਾਂ, ਆਕਾਸ਼ਾਂ ਦਾ ਮੈਂ ਅਖੀਰਲਾ ਬੰਨਾ ਦੇਖ ਲਵਾਂ। ਭਾਲ ਕੇ ਥੱਕ ਕੇ, ਭਾਵ ਨਹੀਂ ਲੱਭ ਸਕੇ। ਥੱਕ ਕੇ ਦਾ ਮਤਲਬ ਜਦੋਂ ਬੰਦਾ ਕਿਸੇ ਮੰਜ਼ਿਲ ਤੇ ਨਾ ਪਹੁੰਚੇ, ਕਹਿੰਦਾ ਮੈਂ ਤੁਹਾਨੂੰ ਥੱਕ ਗਿਆ, ਅੱਗੇ ਮੇਰੇ ਕੋਲ ਕੁਛ ਨਹੀਂ ਹੋਣਾ। ਤੁਰਿਆ ਜਾਂਦਾ ਵੀ ਮੁਸਾਫਰ ਕਹਿੰਦਾ ਹੁਣ ਥੱਕ ਗਿਆ, ਮੇਰੇ ਕੋਲ ਅੱਗੇ ਪੈਂਡਾ ਨਹੀਂ ਹੁੰਦਾ, ਬਸ ਇਹ ਤਾਂ ਮੰਜ਼ਿਲ ਆਂਦੀ ਨਹੀਂ, ਅੱਗੇ ਤਾਂ ਸ਼ਹਿਰ ਦਿਸਦਾ ਹੀ ਨਹੀਂ। ਕਈ ਵਾਰੀ ਵਾਪਸ ਆ ਜਾਂਦੇ ਨੇ ਉੱਥੇ। ਇਹੋ ਹੀ ਹਾਲ ਹੈ ਇਨਸਾਨ ਦੀ, ਧਰਮ ਦੀ ਦੁਨੀਆ ਦੇ ਵਿੱਚ ਵੀ। ਬੰਦਾ ਅੱਗੇ ਨੂੰ ਤੁਰਿਆ ਜਾਂਦਾ, ਪਰ ਜਿਵੇਂ ਜਿਵੇਂ ਤੁਰਿਆ ਜਾਂਦਾ ਉਹ ਹੋਰ ਤੋਂ ਹੋਰ ਨਜ਼ਰ ਆਈ ਜਾਂਦਾ। ਜਦੋਂ ਹੋਰ ਤੋਂ ਹੋਰ ਨਜ਼ਰ ਆਈ ਜਾਂਦਾ, ਕਹਿੰਦੇ ਨੇ ਗੁਰੂ ਪਾਤਸ਼ਾਹ, ਸੱਚੇ ਪਾਤਸ਼ਾਹ ਕਹਿੰਦੇ ਬਈ ਇਹ ਬੇਅੰਤ ਰਿਸ਼ੀ ਮੁਨੀ, ਇਹ ਵੇਦ, ਇਹਨਾਂ ਦੀਆਂ ਧਾਰਮਿਕ ਪੁਸਤਕਾਂ ਤੇ ਇਹ ਗੱਲਾਂ ਕੀ ਕਹਿੰਦੇ ਰਹੇ, ਇੱਕ ਬਾਤ, ਇੱਕ ਜ਼ਬਾਨ ਹੋ ਕੇ, ਬਾਤ ਗਲੇ ਚੋਂ ਬੋਲੀ ਹੋਈ ਗੱਲ ਕਹਿੰਦੇ ਨੇ, ਇੱਕ ਜ਼ਬਾਨ ਹੋ ਕੇ ਕੀ ਗੱਲ ਕਹਿੰਦੇ ਨੇ ਵੀ ਅਸੀਂ ਉਹਨੂੰ ਨਹੀਂ ਪਾਲ ਸਕੇ, ਭਾਵ ਉਹਦਾ ਅੰਤ ਨਹੀਂ ਪਾ ਸਕੇ। ਹਾਂ ਗਿਣਤੀ ਲਿਖ ਦਿੱਤੀ, ਲੱਖਾਂ ਦੇ ਲੱਖਾਂ ਹੋਣਗੀਆਂ, ਕਈ ਲੱਖ ਹੋਣਗੇ, ਇਸ ਤਰ੍ਹਾਂ ਗੱਲ ਕਰ ਦਿੱਤੀ। ਪਰ ਮੈਂ ਬੇਨਤੀ ਕਰ ਰਿਹਾ ਵੀ ਲੱਖ ਕਹਿਣਾ ਜਾਂ ਕਈ ਲੱਖ ਕਹਿਣਾ ਵੀ ਉਹਨੂੰ ਛੋਟਾ ਕਰਨਾ ਹੈ, ਕਿਉਂਕਿ ਉਹ ਗਿਣਤੀ 'ਚ ਆ ਹੀ ਨਹੀਂ ਸਕਦਾ। ਉਹਨੂੰ ਅਸੰਖ ਲਫ਼ਜ਼ ਕਹਿਦਾ, ਸੰਖਿਆ ਤੋਂ ਪਰੇ ਹੈ। ਜਿਹੜੀਆਂ ਸੰਖ ਦੀਆਂ ਪੌੜੀਆਂ ਸੀ ਪੜ੍ਹੀਆਂ, ਉਹ ਸੰਖਿਆ ਤੋਂ ਹੀ ਬਾਹਰ ਹੈ। ਜਦ ਜਿਹੜਾ ਸੰਖਿਆ ਵਿੱਚ ਹੀ ਨਹੀਂ ਆ ਸਕਦਾ, ਉਹਨੂੰ ਕਿਵੇਂ ਅਸੀਂ ਗੱਲ ਕਰ ਸਕਦੇ ਹਾਂ? ਗੁਰੂ ਸਾਹਿਬ ਕਹਿੰਦੇ ਮੈਂ ਤਾਂ ਪਰਮਾਤਮਾ ਇਹ ਵੇਖਦਾ
ਆ ਤਿੰਨੇ ਭਵਨ ਜੋ ਆਕਾਸ਼ ਪਤਾਲ ਸਭ ਨਜ਼ਰ ਆਉਂਦੇ ਨੇ, ਇਹ ਤੇਰੇ ਹੁਕਮ ਵਿੱਚ ਰਚੇ ਹੋਏ ਨੇ। ਪ੍ਰਭੂ ਦੇ ਹੁਕਮ ਵਿੱਚ ਹੀ ਵੇਦਾਂ ਦੇ ਰਚਨਹਾਰਿਆਂ ਨੇ ਵੇਦ ਲਿਖੇ, ਉਹਨਾਂ ਦੀ ਵਿਚਾਰ ਵੀ ਕੀਤੀ। ਸਾਰੇ ਸ਼ਾਸਤਰ, ਸਿਮਰੀਆਂ, ਪੁਰਾਣ ਸਭ ਪ੍ਰਭੂ ਤੇਰੇ ਹੁਕਮ ਦਾ ਤਾਂ ਪ੍ਰਗਟਾਵਾ ਕਰ ਰਹੇ ਨੇ। ਇਹਨਾਂ ਪੁਰਾਣਾਂ ਤੇ ਸ਼ਾਸਤਰਾਂ, ਸਿਮਰਤੀਆਂ ਦੀ ਕੀਰਤਨ, ਕਥਾ, ਵਿਚਾਰ, ਇਹ ਪ੍ਰਭੂ ਤੇਰੇ ਹੁਕਮ ਦਾ ਇੱਕ ਜ਼ਹੂਰ ਹੈ, ਨਾ ਕਿ ਤੈਨੂੰ ਅੰਤ ਪਾਉਣ ਦੀ ਕਹਾਣੀ ਹੈ। ਇਹ ਤੇਰੇ ਹੁਕਮ ਦਾ ਇੱਕ ਜ਼ਹੂਰ ਹੈ, ਇੱਕ ਪ੍ਰਗਟਾਵਾ ਹੈ, ਤੇਰੇ ਹੁਕਮ ਨੂੰ ਬਿਆਨ ਕਰਨ ਦਾ ਇੱਕ ਢੰਗ ਹੈ। ਅਸੀਂ ਜੋ ਕੀਰਤਨ ਕਰਦੇ ਜਾਂ ਵਿਚਾਰ ਕਰ ਰਹੇ ਹਾਂ ਜਾਂ ਕਥਾ ਕਰ ਰਹੇ ਹਾਂ ਜਾਂ ਗਾਇਨ ਕਰ ਰਹੇ ਹਾਂ, ਇਸ ਕੀ ਹੈ? ਇੱਕ ਢੰਗ ਹੈ ਉਸ ਵਾਹਿਗੁਰੂ ਦੀ ਬੇਅੰਤਤਾ ਦੀ ਗੱਲ ਕਰਨ ਦਾ, ਨਾ ਕਿ ਉਹਦੇ ਕੋਈ ਅੰਤ ਪਾਉਣ ਦੀ ਗੱਲ ਜਾਂ ਅੰਤ ਪਾਉਣ ਦੀ ਕਹਾਣੀ ਕੋਈ ਉਹਦੀ ਸਾਨੂੰ ਸਮਝ ਆਉਂਦੀ ਹੈ। ਇਹ ਤਾਂ ਵਾਹਿਗੁਰੂ ਦੇ ਹੁਕਮ ਦਾ ਇੱਕ ਜ਼ਹੂਰ ਜਿਹਾ ਹੈ ਜਿਹੜਾ ਅਸੀਂ ਵਰਣਨ ਕਰਦੇ ਹਾਂ। ਦੁਨੀਆ ਦੇ ਸੰਸਾਰ ਵਿੱਚ ਜੋ ਡਰ ਦਿਖਦੇ ਨੇ, ਇਹ ਪ੍ਰਭੂ ਤੇਰੇ ਹੁਕਮ ਦੇ ਇੱਕ ਸਰਗੁਣ ਸਰੂਪ ਹਨ। ਤੇ ਤੇਰੇ ਹੁਕਮ ਦਾ ਇੱਕ ਸਰਗੁਣ ਸਰੂਪ ਸਾਨੂੰ ਨਜ਼ਰ ਆਉਂਦਾ ਹੈ। ਪਰ ਹੁਕਮ ਦਾ ਮਾਲਕ ਆਪ ਇੱਕ ਪਸਾਰੇ ਦੇ ਵਿੱਚ ਹੀ ਹੁੰਦਾ ਹੋਇਆ ਵੀ ਇਹਨਾਂ ਬੰਧਨਾਂ ਤੋਂ ਨਿਰਲੇਪ ਹੈ। ਸਾਰੇ ਸੰਸਾਰ ਵਿੱਚ, ਸਾਰੀ ਕਾਇਨਾਤ ਵਿੱਚ ਹੁੰਦਾ ਹੋਇਆ ਵੀ ਉਹ ਇਸ ਬੰਧਨਾਂ ਤੋਂ ਅਲੇਪ ਹੈ। ਉਹ ਲੱਖਾਂ ਵਿੱਚ ਨਹੀਂ, ਉਹ ਲੱਖਾਂ ਜਾਂ ਆਕਾਸ਼ਾਂ, ਲੱਖਾਂ ਪਤਾਲਾਂ ਵਿੱਚ ਨਹੀਂ ਹੈ। ਗੁਰੂ ਸਾਹਿਬ ਬਚਨ ਕਰਦੇ ਨੇ, ਅੱਖਰ ਮੈਂ ਤੇਰੇ ਭਵਨ ਪ੍ਰਭ ਧਾਰੇ। ਅੱਖਰ ਮਤਲਬ ਹੁਕਮ, ਹੁਕਮ ਵਿੱਚ ਤਾਂ ਉਹਨੇ ਆਪ ਤਾਂ ਬਣਾਏ ਨੇ ਸਾਰੇ। ਅੱਖਰ ਮੈਂ ਤੇਰੇ ਭਵਨ ਪ੍ਰਭ ਧਾਰੇ, ਅੱਖਰ ਕਰ ਕਰ ਵੇਦ ਵਿਚਾਰੇ। ਹੁਕਮ ਦੇ ਵਿੱਚ ਹੀ ਨੇ। ਜੇ ਵੇਦਾਂ ਦੀ ਗੱਲ ਕਰਦੇ ਨੇ, ਉਹ ਵੀ ਅੱਖਰ, ਸ਼ਾਸਤਰ, ਸਿਮਰਤ ਪੁਰਾਨਾ, ਅੱਖਰ, ਨਾਦ, ਕਥਨ, ਬਖਿਆਨਾ, ਅੱਖਰਾਂ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਜੀ ਨੇ। ਇਹ ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਹੈ, ਜੋ 52 ਅੱਖਰੀ ਹੈ। ਉਹਦੇ ਚ 261 ਪੰਨੇ ਦੇ ਉੱਤੇ ਗੁਰੂ ਜੀ ਦੇ ਇਹ ਵਿਚਾਰ ਆਉਂਦੇ ਨੇ। ਅੱਖਰ ਦੀ ਗੱਲ ਜਿੱਥੇ ਆਉਂਦੀ ਹੈ, ਹੁਕਮ ਦੀ ਗੱਲ ਆਉਂਦੀ ਹੈ। ਅੱਖਰ ਮੁਕਤ ਜੁਗਤ ਹੈ ਭਰਮਾ, ਅੱਖਰ ਕਰਮ ਕਿਰਤ ਸੁਚ ਧਰਮਾ, ਦ੍ਰਿਸ਼ਟਮਾਨ ਅੱਖਰ ਹੈ ਜੇਤਾ। ਤੇਰੇ ਹੁਕਮ ਵਿੱਚ ਜੋ ਦਿਸਦਾ ਹੈ, ਜਿੰਨਾ ਪਸਾਰਾ ਹੈ, ਜੋ ਤੁਹਾਨੂੰ ਨਜ਼ਰ ਆਉਂਦਾ, ਸਭ ਤੇਰੇ ਹੁਕਮ ਵਿੱਚ ਹੈ। ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਪਰ ਤੂੰ ਹੁੰਦਾ ਹੋਇਆ ਵੀ ਸਾਰਿਆਂ ਤੋਂ ਆਪ ਨਿਰਲੇਪ ਹੈ। ਤੈਨੂੰ ਲੱਖਾਂ ਦਾ ਕਹਿਣਾ ਜਾਂ ਲੱਖਾਂ ਦੇ ਵਿੱਚ ਬੰਨਣਾ, ਇਹ ਕੋਈ ਸਹੀ ਬਾਤ ਨਹੀਂ ਹੈ, ਸਹੀ ਢੰਗ ਨਹੀਂ ਹੈ। ਕਿਉਂ? ਅਸੀਂ ਭਾਈ ਗੁਰਦਾਸ ਜੀ ਨੂੰ ਦੇਖਦੇ ਹਾਂ, ਉਹਨਾਂ ਦੀ ਜਦੋਂ ਵਾਰ ਪੜ੍ਹਦੇ ਹਾਂ 18ਵੀਂ, ਉਹਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਕੇਵਡ ਵੱਡਾ ਆਖੀਐ, ਵੱਡੇ ਦੀ ਵੱਡੀ ਵਡਿਆਈ। ਕਿੱਥੇ ਤੈਨੂੰ ਬੰਨੀਏ, ਕਿਹੜੀਆਂ ਤੇਰੀਆਂ ਗੱਲਾਂ ਕਰੀਏ, ਤੂੰ ਕਿੱਡਾ ਕਹੇ। ਵੱਡੀ ਕੋ ਵੱਡਾ ਆਖੀਏ, ਸੁਣ ਸੁਣ ਆਖਰ ਆਖ ਸੁਣਾਈ। ਵੱਡੇ ਨੂੰ ਵੱਡਾ ਕਿਹਾ ਜਾਂਦਾ ਹੈ, ਪਰ ਕੌਣ ਤੇਰੀਆਂ ਗੱਲਾਂ ਕਰੇ। ਰੋਮ ਰੋਮ ਵਿੱਚ ਰੱਖਿਓਨ, ਰੋਮ ਰੋਮ ਵਿੱਚ ਰੱਖਿਓਨ, ਕਰ ਬਰਵੰਡ ਕਰੋੜ ਸਮਾਈ। ਕਰੋੜਾਂ ਹੀ ਬਰਵੰਡ ਤੂੰ ਬਣਾਏ, ਹੁਣ ਲੱਖਾਂ ਨਹੀਂ, ਕਹਿੰਦੇ ਕਰੋੜਾਂ ਤੋਂ ਬਣਾ ਕੇ ਵੀ ਤੂੰ ਉਹਦੇ ਚ ਸਮਾਇਆ ਹੋਇਆ। ਵੱਡੇ ਦੀ ਵਡਿਆਈ ਕੀ ਕਹੀਏ? ਕਹਿੰਦੇ ਇੱਕ ਕਵਾਓ ਪਸਾਓ ਜਿਸ, ਇੱਕ ਹੁਕਮ ਕੀਤਾ ਤੇ ਤੇਰਾ ਐਡਾ ਵੱਡਾ ਤੂੰ ਪਸਾਰਾ ਕਰ ਦਿੱਤਾ। ਜਿਹੜਾ ਅਸੀਂ ਕਹਿੰਦੇ ਨਾ, ਕੀਤਾ ਪਸਾਓ ਇੱਕੋ ਕਵਾਓ, ਇਹੋ ਹੀ ਹੋਇਆ। ਇੱਕ ਹੁਕਮ ਉਹਨੇ ਕੀਤਾ, ਇੱਕ ਕਵਾਓ ਪਸਾਓ ਜਿਸ, ਤੋਲਿਆ ਤੋਲਣਾ ਤੁਲ ਤੁਲਾਈ। ਤੈਨੂੰ ਤਾਂ ਕੋਈ ਤੋਲ ਵੀ ਨਹੀਂ ਸਕਦਾ, ਤੇਰੇ ਹੁਕਮ ਨੂੰ ਕੋਈ ਬਿਆਨ ਵੀ ਨਹੀਂ ਕਰ ਸਕਦਾ। ਵੇਦ ਕਿਤੇਬੋਂ ਬਾਹਰਾ, ਵੇਦਾਂ ਨੇ ਕਹਿਤਾ, ਲੱਖਾਂ ਆਕਾਸ਼ ਤੇ ਲੱਖਾਂ ਪਤਾਲਾਂ ਦੀਆਂ ਗੱਲਾਂ ਕੀਤੀਆਂ, ਪਰ ਮੇਰੇ ਮਾਲਕਾ ਤੂੰ ਇਹਨਾਂ ਬਦੇਬਾਂ ਕਿਤੇਬਾਂ ਦੇ ਬਿਆਨ ਤੋਂ ਬਾਹਰਾ ਹੈ, ਇਹਨਾਂ ਦੇ ਬਿਆਨ ਤੋਂ ਬਾਹਰਾ ਹੈ। ਅਕਥ ਕਹਾਣੀ ਕਥੀ ਨਾ ਜਾਈ, ਤੇਰੀ ਕਥ ਕਹਾਣੀ ਕੌਣ ਕਹਿ ਸਕਦਾ ਹੈ। ਲੱਖਾਂ ਪਤਾਲਾਂ ਦੀ ਗੱਲ ਤਾਂ ਕੇਵਲ ਸਾਡੀ ਸੋਚ ਦਾ ਇੱਕ ਹਿੱਸਾ ਹੈ। ਅਵਗਤ ਗਤ ਕੇਵਲ ਅਲਖ ਲਿਖਾਈ, ਤੇਰੀਆਂ ਇਸ ਤੇ ਨਾ ਲਿਖੀ ਜਾਣ ਵਾਲੇ ਵਾਹਿਗੁਰੂ ਜੀਓ, ਅਲਖ ਤੇਰੀ ਕੌਣ ਕਹਿ ਸਕਦਾ ਤੇਰੇ ਬਾਰੇ ਚ। ਤੈਨੂੰ ਲੱਖਾਂ ਦੀ ਗਿਣਤੀ ਕੌਣ ਕਰ ਸਕਦਾ ਹੈ? ਕੌਣ ਕਰ ਸਕਦਾ? ਕੋਈ ਵੀ ਨਹੀਂ ਕਰ ਸਕਦਾ। ਜੇ ਅਸੀਂ ਗੱਲ ਕਰਦੇ ਹਾਂ ਤੇ ਗੁਰੂ ਪਾਤਸ਼ਾਹ ਤਾਂ ਬੜੀ ਬੇਅੰਤਤਾ ਦੀ ਗੱਲ ਕਹਿੰਦੇ ਨੇ, ਬੜੀ ਬੇਅੰਤਤਾ ਦੀ ਗੱਲ ਕਹਿੰਦੇ ਨੇ ਵੀ ਵਾਹਿਗੁਰੂ ਜੀ ਇਹ ਕਹਿੰਦੇ ਨੇ ਵੀ ਤੇਰੇ ਅੰਤ ਬਾਰੇ ਇਹ ਜਿਹੜੇ ਧਾਰਮਿਕ ਲੋਕ ਸੇ ਇਹ ਵੀ ਨਹੀਂ ਦੱਸ ਸਕਦੇ। ਸਾਰੇ ਵੇਦ ਇੱਕ ਜ਼ਬਾਨ ਹੋ ਕੇ ਗੱਲ ਕਹਿੰਦੇ ਨੇ, ਪਤਾਲਾਂ ਦੇ ਹੇਠ ਲੱਖਾਂ ਪਤਾਲ ਤੇ ਆਕਾਸ਼ਾਂ ਦੇ ਥੱਲੇ ਲੱਖਾਂ ਆਕਾਸ਼। ਆਕਾਸ਼ ਦਾ ਮਤਲਬ ਆਕਾਸ਼ ਹੀ ਹੈ। ਬੇਅੰਤ ਰਿਸ਼ੀ ਮੁਨੀ ਇਹਨਾਂ ਦੇ ਖੀਰਲੇ ਬੰਦਿਆਂ ਦੀ ਭਾਲ ਕਰਦੇ ਕਰਦੇ ਥੱਕ ਗਏ, ਪਰ ਲੱਭ ਨਾ ਸਕੇ।
ओढ़क भाल थके उड़क उड़क परला किनारा अंत वेद कहन एक बात। एक ਜ਼ਬਾਨ ਹੋ ਕੇ ਗੱਲ ਕਹਿੰਦੇ ਨੇ ਵੀ ਉਸ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੋ ਇੱਥੇ ਗੱਲ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੀ ਕੀਤੀ। ਹੁਣ ਦੂਜਾ ਪਾਸਾ ਦੇਖੋ ਜ਼ਰਾ ਖਿਆਲ, ਵਾਹਿਗੁਰੂ ਦੀ ਕੁਦਰਤ ਨੂੰ ਵੇਖੀਏ, ਜੇ ਅਸੀਂ ਉਸ ਦੀ ਕਾਇਨਾਤ ਨੂੰ ਦੇਖੀਏ, ਬੰਦਾ ਕੋਈ ਗਿਣਤੀ ਕਰ ਹੀ ਨਹੀਂ ਸਕਦਾ, ਲੇਖੇ 'ਚ ਲਿਖ ਹੀ ਨਹੀਂ ਸਕਦੇ। ਚੰਗਾ ਤਾਂ ਇਹ ਹੋਣਾ ਚਾਹੀਦਾ ਹੈ ਕਿ ਇਸ ਸੋਚ ਨੂੰ ਉੱਪਰ ਚੁੱਕ ਕੇ ਅਸੀਂ ਕੁਦਰਤ ਦੇ ਸਿਰਜਣਹਾਰ ਦੀਆਂ ਗੱਲਾਂ ਕਰੀਏ, ਨਾ ਕਿ ਉਹਦੀ ਕੁਦਰਤ ਦੀ ਗਿਣਤੀ ਮਿੰਤੀ ਦੇ ਚੱਕਰ 'ਚ ਪੈ ਜਾਈਏ। ਚਿੱਤਰ ਦੇਖ ਕੇ ਚਿੱਤਰਕਾਰ ਨੂੰ ਸਮਝਣ ਦੀ ਲੋੜ ਹੁੰਦੀ ਹੈ। ਅਸੀਂ ਚਿੱਤਰ ਦੀ ਤਾਰੀਫ ਕਰਦੇ ਹਾਂ, ਪਰ ਚਿੱਤਰਕਾਰ ਦੀ ਤਾਰੀਫ ਨਹੀਂ ਕਰਦੇ ਜਿਹਨੇ ਬਣਾਇਆ। ਅਸੀਂ ਉਹਦੀ ਕੁਦਰਤ ਦੇਖ ਕੇ ਤਾਂ ਵਾਹ ਕਰ ਦਿੰਦੇ ਹਾਂ, ਕਰਨਾ ਚਾਹੀਦਾ ਹੈ, ਲੇਕਿਨ ਕੁਦਰਤ ਨੂੰ ਬਣਾਉਣ ਵਾਲੇ ਦਾ ਸ਼ੁਕਰਾਨਾ ਕਰਨਾ ਵੀ ਤਾਂ ਬਣਦਾ ਹੈ। ਉਹ ਕਿੱਡਾ ਵੱਡਾ ਜਿਹਨੇ ਇਹਨੂੰ ਬਣਾਇਆ ਹੋਏਗਾ। ਪਤਾਲਾਂ ਦੇ ਲੱਖਾਂ ਗਾਸ਼ਾਂ ਪਤਾਲਾਂ ਦੀ ਗੱਲਾਂ ਅਸੀਂ ਕਰ ਰਹੇ ਹਾਂ, ਪਰ ਬਣਾਉਣ ਵਾਲੇ ਦੀ ਬੇਅੰਤਤਾ ਤਾਂ ਦੇਖੋ। ਜਿਸ ਦੀ ਕੁਦਰਤ ਦੀ ਗਿਣਤੀ ਨਹੀਂ ਹੋ ਸਕਦੀ, ਉਹ ਕਿੱਡਾ ਵੱਡਾ ਹੈ, ਕਿੱਡੀ ਵੱਡੀ ਉਹਦੀ ਸੋਚ ਹੈ, ਕਿੱਡਾ ਵੱਡਾ ਪਰਮੇਸ਼ਰ ਆਪ ਹੈ। ਸਤਿਗੁਰੂ ਜੀ ਕਹਿੰਦੇ ਨੇ ਵੀ ਹੇ ਵਾਹਿਗੁਰੂ ਜੀਓ, ਇਹ ਤੇਰਾ ਅਸੀਂ ਅੰਤ ਨਹੀਂ ਪਾ ਸਕਦੇ। ਫਿਰ ਹੁਣ ਦੂਜੇ ਮਤ ਦੀ ਗੱਲ ਕੀਤੀ। ਸਹਿਸ 18 ਕਹਿਨ ਕਤੇਬਾਂ ਅਸਲੋਂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖਿਆ ਹੋਏ ਵਿਨਾਸ਼। ਸਹਿਸ ਦਾ ਮਤਲਬ 1000, 18 ਦਾ ਮਤਲਬ 18 ਗਿਣਤੀ, 18,000 ਆਲਮ। ਇਸਲਾਮ ਦੇ ਧਾਰਮਿਕ ਪੁਸਤਕਾਂ ਇਹ ਕਿਤਾਬਾਂ ਕਹਿੰਦੀਆਂ ਨੇ। ਈਸਾਈ ਮਤ ਵੀ ਇਹੋ ਕੁਝ ਕਹਿੰਦਾ ਹੈ, ਇਸਲਾਮ ਵੀ ਇਹੋ ਕੁਝ ਕਹਿੰਦਾ ਹੈ। ਈਸਾਈ ਮਤ ਦੀਆਂ ਜਾਂ ਈਸਾਈ ਮਤ ਤੇ ਇਸਲਾਮ ਦੀਆਂ ਜਿਹੜੀਆਂ 4 ਕਿਤਾਬਾਂ ਕੁਰਾਨ, ਅੰਜੀਲ, ਤੁਰੈਂ ਤੇ ਜ਼ੰਬੂਰ ਹੈ, ਇਹ ਸਾਰੇ ਹੀ ਇਹ ਗੱਲ ਕਹਿੰਦੇ ਨੇ ਕਿ ਵੀ ਉਹ 18,000 ਆਲਮ ਨੇ। ਹੁਣ 18,000 ਤਾਂ ਬਹੁਤ ਛੋਟੀ ਜਿਹੀ ਗਿਣਤੀ ਹੈ। ਦੱਸੋ, ਵੇਦ ਅਖੀਰ ਨੂੰ ਭਾਲਦੇ ਰਹਿ ਗਏ, ਤੇਰਾ ਅਖੀਰ ਨਾ ਮਿਲਿਆ। ਵੇਦਾਂ ਦੇ ਰਚੇਤਾ ਨੇ, ਬ੍ਰਹਮਾ ਨੇ ਵੀ ਇਹਨੂੰ ਲੱਖਾਂ ਇਹ ਕਹਿਤਾ, ਲੱਗਿਆ ਘਰੋਂ ਚੱਲਿਆ ਸੀ ਲੱਭਣ ਲਈ, ਪਰ ਅਖੀਰ ਤੇ ਕਹਿੰਦਾ ਨਹੀਂ, ਇਹ ਲੱਖਾਂ ਹੀ ਨੇ, ਮੈਂ ਇਹਦੇ ਬਾਰੇ ਕੁਛ ਨਹੀਂ ਅੱਗੇ ਕਹਿ ਸਕਦਾ। ਸ੍ਰਿਸ਼ਟੀ ਨੂੰ ਭਾਲ ਕਰਨ ਲਈ ਤੁਰ ਪਿਆ ਸੀ। ਜਦੋਂ ਉਹਨੇ ਦੇਖਿਆ, ਸ੍ਰਿਸ਼ਟੀ ਬਾਰੇ ਸੁਣਿਆ, ਬ੍ਰਹਮਾ ਨੇ ਕਹਿੰਦਾ ਮੈਂ ਸ੍ਰਿਸ਼ਟੀ ਦੀ ਭਾਲ ਕਰਨੀ ਹੈ, ਤੇ ਲੋਕਾਂ ਨੇ ਇਹਨੂੰ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਰਚਨਹਾਰ ਬਣਾ ਦਿੱਤਾ। ਉਹ ਤਾਂ ਆਪ ਸ੍ਰਿਸ਼ਟੀ ਦੀ ਭਾਲ ਕਰਨ ਲਈ ਤੁਰਿਆ ਸੀ। ਚਲਦਾ ਚਲਦਾ ਥੱਕ ਗਿਆ। ਉਹਨਾਂ ਨੂੰ ਚਲਦਾ ਜਦੋਂ ਥੱਕ ਗਿਆ, ਜਿਨ੍ਹਾਂ ਨੂੰ ਉਹਨੂੰ ਵੀ ਉਹਦਾ ਮੁੱਢ ਨਜ਼ਰ ਨਾ ਆਇਆ, ਉਹਦਾ ਦਾਇਰਾ ਉਹਨੂੰ ਵੀ ਲਿਖਣ ਆਇਆ, ਜਿੰਨਾ ਕੁ ਉਹਨੂੰ ਸੋਚ ਮਿਲਣ ਚ ਆਇਆ ਉਹਨੇ ਲੱਖਾਂ ਜਾ ਕਰਕੇ ਲਿਖ ਦਿੱਤਾ। ਉਹਦੀ ਸੋਚ ਛੋਟੀ ਸੀ ਤੇ ਉਹਨੇ ਇੰਨੇ ਕੀ ਗੱਲ ਲਿਖ ਦਿੱਤੀ। ਹੁਣ ਗੁਰੂ ਪਾਤਸ਼ਾਹ ਕਹਿੰਦੇ ਇਸਲਾਮ ਵਿੱਚ ਕਿਤਾਬਾਂ ਦੇ ਦੇ ਵਿਚਾਰ ਅਨੁਸਾਰ ਕੁੱਲ 18,000 ਆਲਮ ਨੇ। ਉਹ ਇਹ ਵੀ ਗਿਣਤੀ ਹੈ, ਉਹਨਾਂ ਦਾ ਫੈਸਲਾ ਵੀ ਇੱਕੋ ਹੀ ਹੈ, ਉਹ ਵੀ ਗਿਣਤੀ ਦਾ। ਕੋਈ ਲੱਖਾਂ ਦੀ ਗਿਣਤੀ ਕਰਦਾ, ਕੋਈ ਹਜ਼ਾਰਾਂ ਦੀ ਗਿਣਤੀ ਕਰ ਰਿਹਾ। ਉਹ ਲੱਖਾਂ ਦੀ ਕਰਦੇ ਸਨ, ਇਹ ਹਜ਼ਾਰਾਂ ਦੀ ਗਿਣਤੀ ਕਰਦੇ ਆ। ਗੁਰੂ ਨਾਨਕ ਪਾਤਸ਼ਾਹ ਦੀਆਂ ਉਦਾਸੀਆਂ ਦੇ ਵਿੱਚ ਮੁਲਤਾਨ ਦਾ ਇੱਕ ਜ਼ਿਕਰ ਆਉਂਦਾ ਹੈ, ਜਿੱਥੇ ਜਾ ਕੇ ਉੱਥੇ ਪੁੱਛਿਆ ਸੀ ਉਹਨਾਂ ਨੂੰ ਵੀ ਇਹ ਤਾਂ 18,000 ਆਲਮ ਕਹਿੰਦੇ, ਤੇ ਗੁਰੂ ਨਾਨਕ ਤਾਂ ਇੱਥੇ ਬੇਅੰਤ ਆਲਮਾਂ ਦੀ ਗੱਲ ਕਰਦਾ। ਉਹਨਾਂ ਵਿੱਚੋਂ ਇੱਕ ਫਕੀਰ ਨੇ ਕਹਿ ਦਿੱਤੀ ਸੀ ਗੱਲ, ਗੁਰੂ ਨਾਨਕ ਦੀ ਗੱਲ ਗਲਤ ਨਹੀਂ ਹੈ, ਗੁਰੂ ਨਾਨਕ ਦੀ ਗੱਲ ਬਿਲਕੁਲ ਠੀਕ ਹੈ, ਤੁਸੀਂ ਗੁਰੂ ਨਾਨਕ ਨੂੰ ਐਵੇਂ ਨਾ ਸਮਝੋ। ਮੁਲਤਾਨ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਸਾਖੀ ਜਿਹੜੀ ਆਉਂਦੀ ਹੈ, ਤੋ ਕਹਿਣ ਦਾ ਮਸਲਾ ਸਿਰਫ ਇੰਨਾ ਵੀ ਉਹਨਾਂ ਦੇ ਤਾਂ 18,000 ਆਲਮ ਸਨ, ਉਹਨਾਂ ਦੀ 18,000 ਦੀ ਗਿਣਤੀ ਹੈ। ਤੋ ਗੁਰੂ ਸਾਹਿਬ ਕਹਿੰਦੇ ਨੇ ਸਹਿਸ 18 ਹੈ ਕਹਿਨ ਕਤੇਬਾਂ ਅਸਲੋਂ ਇੱਕ ਧਾਤ। ਇਹ ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ ਕਿਤਾਬਾਂ ਇਹ ਗੱਲ ਕਹਿੰਦੀਆਂ ਨੇ ਕੁੱਲ 18,000 ਆਲਮ ਹਨ, ਪਰ ਉਹਨਾਂ ਦਾ ਅਸਲ ਮੁੱਢ ਕੀ ਹੈ? ਇੱਕ ਧਾਤ ਵੀ ਇੱਕ ਅਕਾਲ ਪੁਰਖ ਉਹਦਾ ਮੁੱਢ ਹੈ। ਉਹਦਾ ਮੁੱਢ ਜਿਹੜਾ ਹੈ, ਅਸਲੋਂ ਦਾ ਮਤਲਬ ਮੁੱਢ, ਇਹ ਅਰਬੀ ਬੋਲੀ ਦਾ ਲਫ਼ਜ਼ ਹੈ। ਤੇ ਅੱਖਰ ਜਿਹੜਾ ਸੱਸਾ ਥੋੜਾ ਹੈ, ਉਹਦੇ ਥੱਲੇ ਔਂਕੜ ਲੱਗਾ ਹੋਇਆ। ਅਰਬੀ ਦੇ ਅੱਖਰ ਸਵਾਦ, ਜਿਹੜਾ ਸਵਾਦ ਹੈ ਦੱਸਣ ਵਾਸਤੇ ਹੈ। ਇੱਕ ਧਾਤ ਜੋ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖਿਆ ਹੈ, ਮੈਂ ਉਹੀ ਗੱਲ ਆਪ ਜੀ ਨਾਲ ਸਾਂਝੀ ਕਰ ਰਿਹਾ। ਨਾ ਮੈਂ ਅਰਬੀ ਦਾ ਗਿਆਤਾ ਹਾਂ, ਨਾ ਮੈਨੂੰ ਦੂਜੀ ਭਾਸ਼ਾ ਕੋਈ ਆਉਂਦੀ ਹੈ, ਥੋੜ੍ਹੀ ਬਹੁਤ ਹਿੰਦੀ ਦਾ, ਥੋੜ੍ਹੀ ਬਹੁਤ ਇੰਗਲਿਸ਼ ਦੇ ਨਾਲ ਪੰਜਾਬੀ, ਮੈਨੂੰ ਹੋਰ ਭਾਸ਼ਾ ਵੀ ਨਹੀਂ ਆਉਂਦੀਆਂ।
पर जो प्रोफैसर ਸਾਹਿਬ ਸਿੰਘ जी ने दर्पण 'ਚ ਗੱਲ लिखी है मैं ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ। ਕਹਿੰਦੇ ਨੇ ਇਹ ਅਰਬੀ ਭਾਸ਼ਾ ਦਾ ਬੋਲੀ ਦਾ ਸ਼ਬਦ ਹੈ। ਅੱਖਰ ਸੱਸੇ ਦੇ ਹੇਠਲਾ ਔਂਕੜ ਅਰਬੀ ਦਾ ਅੱਖਰ ਸਵਾਦ ਦੱਸਣ ਵਾਸਤੇ ਹੈ। ਇੱਕ ਧਾਤ, ਇੱਕ ਅਕਾਲ ਪੁਰਖ, ਇੱਕ ਪੈਦਾ ਕਰਨ ਵਾਲਾ। ਇੱਕ ਧਾਤ ਦਾ ਮਤਲਬ ਇੱਕ ਪੈਦਾ ਕਰਨ ਵਾਲਾ। ਹੁਣ ਇੱਥੇ ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਉਹਨਾਂ ਦੇ ਧਾਰਮਿਕ ਪੁਸਤਕਾਂ, ਉਹਨਾਂ ਦੀ ਕਤੇਬ ਇਹ ਗੱਲ ਕਹਿੰਦੇ ਨੇ ਕੁੱਲ 18,000 ਆਲਮ ਹਨ, ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ, ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ। ਪਰ ਸੱਚੀ ਗੱਲ ਤਾਂ ਇਹ ਹੈ, ਹੁਣ ਅਗਲੀ ਗੱਲ, ਸੱਚੀ ਗੱਲ ਕੀ ਹੈ ਵੀ ਇਹ ਸ਼ਬਦ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਵਰਤੇ ਨਹੀਂ ਜਾ ਸਕਦੇ। ਕਿਹੜੇ? ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ਼। ਵੀ ਲੇਖਾ ਹੋਏ, ਜੇ ਲੇਖਾ ਹੋ ਸਕੇ ਤਾਂ ਹੀ ਕਰੀਏ ਨਾ। ਜੇ ਉਹ ਹੈ ਹੀ ਅਲੇਖ, ਉਹਦਾ ਲੇਖਾ ਹੋ ਹੀ ਨਹੀਂ ਸਕਦਾ। ਲਿਖੀਏ ਦਾ ਅਰਥ ਲਿਖ ਸਕੀਦਾ ਹੈ। ਲੇਖੇ ਵਿਨਾਸ਼, ਲੇਖੇ ਦਾ ਖਾਤਮਾ, ਲੇਖੇ ਦਾ ਅੰਤ। ਗੁਰੂ ਪਾਤਸ਼ਾਹ ਕਿੰਨੇ ਡੀਪਲੀ ਗੱਲਾਂ ਸਾਨੂੰ ਸਮਝਾਉਂਦੇ ਨੇ। ਗੁਰੂ ਸਾਹਿਬ ਕਹਿੰਦੇ ਜੇ ਕੋਈ ਮੈਨੂੰ ਪੁੱਛ ਲਵੇ ਵੀ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ, ਕੋਈ ਗਿਣਤੀ ਹੋ ਸਕਦੀ ਹੈ? ਤਾਂ ਸਤਿਗੁਰੂ ਕੋ ਕਹਿੰਦਾ ਕੋਈ ਗਿਣਤੀ ਹੋਵੇ ਤਾਂ ਮੈਂ ਲਿਖਾਂ। ਕਿ ਕੋਈ ਗਿਣਤੀ ਹੋਵੇ ਤਾਂ ਹੀ ਮੈਂ ਲਿਖਾਂ ਨਾ, ਉਹਨੂੰ ਗਿਣਤੀ ਦੇ ਵਿੱਚ ਹਜ਼ਾਰਾਂ ਜਾਂ ਲੱਖਾਂ ਦੀ ਗੱਲ ਕਰਾਂ। ਕਹਿੰਦੇ ਮੇਰਾ ਵਿਚਾਰ ਹੈ, ਕਹਿੰਦਾ ਕੋਈ ਗਿਣਤੀ ਹੈ ਹੀ ਨਹੀਂ, ਜੇ ਗਿਣਤੀ ਹੋਵੇ ਤਾਂ ਹੀ ਉਹਨੂੰ ਲਿਖ ਸਕਾਂ ਨਾ। ਗਿਣਤੀ ਨਹੀਂ ਹੈ। ਜਦੋਂ ਮੈਂ ਉਸ ਦੀ ਕੁਦਰਤ ਨੂੰ ਵੇਖਦਾ, ਕਹਿੰਦੇ ਨੇ ਮੈਨੂੰ ਇਹ ਸਮਝ ਆਉਂਦੀ ਹੈ ਕਿ ਲੇਖੇ ਤਾਂ ਖਤਮ ਹੋ ਗਏ ਹਨ। ਜਦੋਂ ਮੈਂ ਉਹਦੀ ਕੁਦਰਤ ਨੂੰ ਦੇਖਦਾ, ਉਹਦੀ ਰਚੀ ਹੋਈ ਕਾਇਨਾਤ ਨੂੰ ਦੇਖਦਾ, ਜਦੋਂ ਮੈਂ ਇਹ ਦੇਖਦਾ ਤਾਂ ਮੈਨੂੰ ਇਉਂ ਲੱਗਦਾ ਉਹ ਖਤਮ ਹੋ ਗਏ ਨੇ, ਲੇਖੇ ਖਤਮ ਨੇ। ਲੇਖ ਵਿਨਾਸ਼ ਦਾ ਮਤਲਬ ਖਤਮ ਹੋ ਜਾਣਾ। ਕਹਿੰਦੇ ਲੇਖਾ, ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਸੱਚੀ ਗੱਲ ਤੇ ਹੈ ਕਿ ਹਜ਼ਾਰਾਂ ਤੇ ਲੱਖਾਂ ਵੀ ਕੁਦਰਤ ਦੀ ਗਿਣਤੀ ਵਿੱਚ ਵਰਤੇ ਨਹੀਂ ਜਾ ਸਕਦੇ। ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਤਦੋਂ ਹੀ ਲਿਖ ਸਕੀਦਾ ਜੇ ਲੇਖਾ ਹੋ ਹੀ ਸਕੇ। ਵੀ ਜੇ ਉਹਦਾ ਲੇਖਾ ਕਰ ਸਕੀਏ ਤਾਂ ਹੀ ਉਹਨੂੰ ਲਿਖਦੇ ਆ ਨਾ। ਤਾਂ ਲੇਖਾ ਕਰ ਹੀ ਨਹੀਂ ਸਕਦੇ, ਉਹ ਲੇਖੇ 'ਚ ਆਉਂਦਾ ਹੀ ਨਹੀਂ, ਤਾਂ ਫਿਰ ਅਸੀਂ ਲੇਖਾ ਕਿੱਦਾਂ ਲਿਖ ਦਈਏ? ਵੀ ਇਹ ਲੇਖਾ ਤਾਂ ਹੀ ਹੋ ਸਕਦਾ ਹੈ, ਲੇਖਾ ਕਰਦਿਆਂ ਕਰਦਿਆਂ ਲੇਖੇ ਦਾ ਹੀ ਖਾਤਮਾ ਹੋ ਜਾਂਦਾ। ਕਹਿੰਦੇ ਅੱਖਰ ਮੁੱਕ ਜਾਂਦੇ, ਹਿੰਸੇ ਮੁੱਕ ਜਾਂਦੇ ਨੇ, ਪਰ ਤੈਨੂੰ ਅੱਖਰਾਂ ਦੇ ਵਿੱਚ ਲਿਖਿਆ ਨਹੀਂ ਜਾ ਸਕਦਾ। ਲੇਖਾ ਹੋਏ ਤਾਂ ਲਿਖੀ ਹੈ, ਵੀ ਅੱਖਰ ਹੋਣ ਤਾਂ ਲਿਖਾਂ। ਗੁਰੂ ਪਾਤਸ਼ਾਹ ਕਹਿੰਦੇ ਨਹੀਂ। ਕਹਿੰਦੇ ਹੇ ਮਾਲਕਾ, ਮੈਂ ਤਾਂ ਦੇਖਦਾ ਤੇਰੀ ਕੁਦਰਤ ਨੂੰ, ਤੇਰੀ ਕਾਇਨਾਤ ਨੂੰ, ਤੇ ਮੇਰੀ ਤਾਂ ਉੱਥੇ ਤੱਕ ਸੋਚ ਵੀ ਨਹੀਂ ਹੈ ਜਿੱਥੇ ਤੱਕ ਤੇਰੀ ਕਾਇਨਾਤ, ਤੇਰੀ ਕੁਦਰਤ ਹੈ, ਤੇਰੀ ਤੂੰ ਬਣਾਈ ਹੈ। ਬਸ ਤੇਰੀ ਕੁਦਰਤ ਦੀ ਹਰ ਸ਼ੈ ਨੂੰ ਵੇਖ ਕੇ ਮੈਂ ਤਾਂ ਬਿਸਮਾਦ ਹੋ ਜਾਂਦਾ। ਲਿਖਾ ਤਾਂ ਕੀ ਲਿਖਣਾ? ਤੇਰੀ ਕੁਦਰਤ ਦੀ ਹਰ ਸ਼ੈ ਨੂੰ ਦੇਖ ਕੇ, ਹਰ ਚੀਜ਼ ਨੂੰ ਦੇਖ ਕੇ ਮੈਂ ਤਾਂ ਬਿਸਮਾਦ ਹੋ ਜਾਂਦਾ, ਬਿਸਮਾਦ ਅਵਸਥਾ ਚਲਾ ਜਾਂਦਾ। ਨਹੀਂ ਲਿਖਿਆ ਜਾ ਸਕਦਾ। ਉਸ ਦਾ ਵਾਹਿਗੁਰੂ ਦਾ ਲੇਖਾ ਜਿਹੜਾ ਹੈ ਉਹ ਲਿਖਿਆ ਨਹੀਂ ਜਾ ਸਕਦਾ, ਨਾ ਹੀ ਉਸਦੇ ਲੇਖੇ ਨੂੰ ਬਿਆਨ ਕੀਤਾ ਜਾ ਸਕਦਾ ਹੈ। ਤਾਂ ਫਿਰ ਕੀ ਕਰੀਏ? ਨਾਨਕ ਵੱਡਾ ਆਖੀਐ ਆਪੇ ਜਾਣੇ ਆਪ। ਲੋ ਗੁਰੂ ਸਾਹਿਬ ਜੀ ਕਹਿੰਦੇ ਆਖੀਏ, ਆਖੀਦਾ ਹੈ, ਕਹਿਣਾ ਬਣਦਾ ਹੈ, ਸਾਡਾ ਹੀ ਆਖਣਾ ਬਣਦਾ ਹੈ। ਕੀ ਚੀਜ਼? ਨਾਨਕ ਵੱਡਾ ਆਖੀਏ। ਉਸ ਅਕਾਲ ਪੁਰਖ ਨੂੰ ਸਾਰੇ ਜਗਤ ਵਿੱਚ ਵੱਡਾ ਹੀ ਆਖਿਆ ਜਾ ਰਿਹਾ ਹੈ। ਆਖਣਾ ਵੀ ਉਹੀ ਬਣਦਾ ਹੈ ਕਿ ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ, ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਾਦਰ ਕਰੀਬ ਦੇ ਜੀਆਂ ਰਿਜ਼ਕ ਸਮਾਏ। ਅਸੀਂ ਆਸਾ ਕੀ ਵਾਰ ਦੇ ਅਖੀਰ ਤੇ ਜਾ ਕੇ ਪੜ੍ਹਦੇ ਹਾਂ, ਅਸੀਂ ਵੀ ਪੜ੍ਹਦੇ ਹਾਂ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਕੌਣ ਤੇਰੇ ਰੰਗ ਪਰੰਗਾਂ ਦੀ ਗੱਲ ਕਰੇ, ਕੌਣ ਤੇਰੀ ਕੁਦਰਤ ਦੀ ਗੱਲ ਕਰੇ, ਤੂੰ ਤੇਰਾ ਤਾਂ ਮਰਤਬਾ ਹੀ ਬੜਾ ਵੱਡਾ ਹੈ। ਵੀ ਅਸੀਂ ਕੋਈ ਗੱਲ ਗੱਲ ਸਾਨੂੰ ਕਹਿਣੀ ਬਣਦੀ ਹੈ। ਇਸ ਲਈ ਉਸ ਵਾਹਿਗੁਰੂ ਨੂੰ ਕੇਵਲ ਵੱਡਾ ਆਖਣਾ ਇਹ ਸ਼ੋਭਦਾ ਹੈ ਕਿ ਕੋਈ ਤੇਰੇ ਵਰਗਾ ਹੋਰ ਹੋਵੇ ਤਾਂ ਤੈਨੂੰ ਜਾਣ ਸਕੇ? ਨਹੀਂ, ਕੇਵਲ ਇਹੋ ਹੀ ਸ਼ੋਭਦਾ ਵੀ ਤੂੰ ਵੱਡਾ ਹੈ, ਔਰ ਇੰਨਾ ਵੱਡਾ ਹੈ ਭਾਵ ਸਭ ਤੋਂ ਵੱਡਾ ਹੈ। ਤੇਰੇ ਵਡਿਆਈਆਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਨਾ ਹੀ ਤੇਰੀ ਵਡਿਆਈਆਂ ਬਾਰੇ ਕੋਈ ਵਿਚਾਰ ਕੀਤੀ ਜਾ ਸਕਦੀ ਹੈ, ਨਾ ਹੀ ਤੇਰੇ ਵਡਿਆਈਆਂ ਨੂੰ ਕੋਈ ਦੱਸਿਆ ਜਾ ਸਕਦਾ ਹੈ। ਫਿਰ ਦੇਖੋ ਉਸ ਗੋਬਿੰਦ ਦੇ ਅੰਤ ਨੂੰ ਅਸੀਂ ਪਾ ਸਕਦੇ ਹਾਂ? ਉਸ ਦੇ ਅੰਤ ਨੂੰ ਪਾ ਹੀ ਨਹੀਂ ਸਕਦੇ। ਵੱਡੇ ਦੀ ਵੱਡੀ ਵਡਿਆਈ ਹੈ,
ਕੁਛ ਸਮਝ ਵਿੱਚ ਹੀ ਨਹੀਂ ਸਾਡੇ। ਹਾਂ, ਸੁਣ ਸੁਣ ਕੇ ਕਹਿੰਦੇ ਨੇ ਲੋਕੀ, ਆ ਬਿਆਨ ਕਰਦੇ ਨੇ ਵੀ ਉਹ ਵੱਡਾ ਇੰਨਾ ਕੁ ਹੈ, ਇੰਨਾ ਕੁ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੁਣ, ਵੱਡਾ ਆਖੇ ਸਭ ਕੋਏ, ਪਰ ਕੇਵਡ ਵੱਡਾ ਡਿਠਾ ਹੋਏ। ਉਹ ਵੇਖ ਕੇ ਪਤਾ ਲੱਗਦਾ। ਫਿਰ ਕੀ, ਜਦੋਂ ਵੇਖ ਲੈਂਦਾ ਫਿਰ ਕੀ ਕਹਿੰਦਾ, ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਵੀਰਾ, ਗੁਣੀ ਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ। ਕਿੱਡਾ ਤੇਰਾ ਵਿਸਥਾਰ ਹੈ, ਕੋਈ ਜਾਣਦਾ? ਤੇਰੇ ਬਾਰੇ ਕੋਈ ਕਹਿ ਸਕਦਾ? ਲੇਖਾ ਹੋਏ ਤਾਂ ਲਿਖੀ ਹੈ ਨਾ, ਲਿਖੇ ਹੋਏ ਵਿਰਾਸ। ਉਸੇ ਲੇਖੇ ਨੂੰ ਕਿਵੇਂ ਲਿਖ ਸਕਦੇ ਹਾਂ? ਉਹਦੇ ਲੇਖੇ ਨੂੰ ਕਿਵੇਂ ਬਿਆਨ ਕਰ ਸਕਦੇ ਹਾਂ? ਉਸਦੇ ਲੇਖੇ ਨੂੰ ਕਿਵੇਂ ਲਿਖ ਸਕਦੇ ਹਾਂ? ਉਸ ਵਾਹਿਗੁਰੂ ਦੇ ਲੇਖੇ ਨੂੰ ਤਾਂ ਲਿਖਿਆ ਨਹੀਂ ਜਾ ਸਕਦਾ, ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਉਹਦੇ ਵਰਗਾ ਕੋਈ ਹੋਰ ਹੋਵੇ ਜਾਂ ਹੋਵੇ ਤਾਂ ਹੀ ਤਾਂ ਲਿਖੇ ਨਾ। ਜਦੋਂ ਉਹਦੇ ਵਰਗਾ ਹੋਰ ਹੈ ਹੀ ਕੋਈ ਨਹੀਂ, ਤਾਂ ਉਹਨੂੰ ਲਿਖਿਆ ਕਿਵੇਂ ਜਾਵੇ, ਉਹਨੂੰ ਬਿਆਨ ਕਿਵੇਂ ਕੀਤਾ ਜਾਵੇ? ਉਸ ਵਾਹਿਗੁਰੂ ਦੀ ਬੇਅੰਤਤਾ ਦਾ ਜ਼ਿਕਰ ਗੁਰੂ ਪਾਤਸ਼ਾਹ ਜੀ ਨੇ ਇਸ ਪੌੜੀ ਦੇ ਵਿੱਚ ਕੀਤਾ ਵੀ ਲੋਕੀ ਕਹਿੰਦੇ ਨੇ ਤੂੰ ਲੱਖਾਂ ਹੈ, ਤੂੰ ਹਜ਼ਾਰਾਂ ਹੈ, 18 ਨੇ, ਪਰ ਮੈਂ ਜਿਹੜੀ ਗੱਲ ਕਰ ਰਿਹਾ ਤੇਰੇ ਬਾਰੇ, ਇਹ ਕਹਿਣਾ ਵੀ ਤੈਨੂੰ ਗਿਣਤੀਆਂ ਮਿੰਤੀਆਂ 'ਚ ਬੰਨਣਾ, ਇਹ ਗੱਲ ਸੰਭਵ ਨਹੀਂ ਹੈ, ਕਿਉਂਕਿ ਤੈਨੂੰ ਗਿਣਤੀਆਂ ਮਿੰਤੀਆਂ ਵਿੱਚ ਬੰਨਿਆ ਹੀ ਨਹੀਂ ਜਾ ਸਕਦਾ, ਔਰ ਗਿਣਤੀ ਮਿੰਤੀ ਦੇ ਵਿੱਚ ਤੂੰ ਆ ਹੀ ਨਹੀਂ ਸਕਦਾ। ਤੋ ਸਤਿਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਉਸ ਵਾਹਿਗੁਰੂ ਜੀ ਦੀ ਬੇਅੰਤਤਾ ਦਾ ਜ਼ਿਕਰ ਕੀਤਾ, ਉਸ ਪਰਮੇਸ਼ਰ ਦੀ ਬੇਅੰਤਤਾ ਦੀ ਵਡਿਆਈ ਦਾ ਜ਼ਿਕਰ ਕੀਤਾ ਹੈ। ਜੋ ਅਸੀਂ ਸਮਝਦੇ ਹਾਂ, ਇਸ ਪੌੜੀ ਨੂੰ ਆਪਾਂ ਦੇਖੀਏ ਵੀ ਸ੍ਰਿਸ਼ਟੀ ਦੇ ਰਚਨ ਕਾਲ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਸ੍ਰਿਸ਼ਟੀ ਦੀ ਰਚਨ ਕਾਲ ਬਾਰੇ, ਸਮੇਂ ਬਾਰੇ ਵੀ ਕੋਈ ਨਹੀਂ ਪਤਾ। ਲੱਖਾਂ ਹੀ ਪਤਾਲ, ਲੱਖਾਂ ਹੀ ਆਕਾਸ਼ ਜਿਹੜੇ ਹਨ, ਉਹਦੀ ਰਚਨਾ ਦਾ ਵਿਸਥਾਰ ਕੋਈ ਨਹੀਂ ਕਰ ਸਕਦਾ। ਤੋ ਇਸ ਪੌੜੀ ਦੇ ਵਿੱਚ ਜਿਹੜੀ ਗੱਲ ਸਾਨੂੰ ਸਮਝ ਆਉਂਦੀ ਹੈ ਵੀ ਉਸ ਵਾਹਿਗੁਰੂ ਦੀ ਰਚਨਾ ਦਾ ਵਿਸਥਾਰ ਕੋਈ ਨਹੀਂ ਕਰ ਸਕਦਾ, ਅੱਖਰਾਂ 'ਚ ਉਹਨੂੰ ਨਹੀਂ ਬੰਨਿਆ ਜਾ ਸਕਦਾ। ਜੇ ਕਿਸੇ ਨੂੰ ਵਾਹਿਗੁਰੂ ਦੀ ਰਚਨਾ ਦਾ ਭੇਦ ਲੱਭਿਆ ਹੁੰਦਾ ਤਾਂ ਵੇਦ ਪੁਰਾਣ ਕਿਤਾਬਾਂ ਵਿੱਚ ਕਿਤੇ ਨਾ ਕਿਤੇ ਜ਼ਰੂਰ ਇਹਦਾ ਜ਼ਿਕਰ ਆ ਜਾਂਦਾ। ਜੇ ਉਹਦੇ ਭੇਦ ਦੀ ਗੱਲ ਕਰਦੇ ਨਾ ਤਾਂ ਕਿਤੇ ਨਾ ਕਿਤੇ ਜ਼ਰੂਰ ਜ਼ਿਕਰ ਕਰ ਦਿੰਦੇ, ਪਰ ਉਹ ਤਾਂ ਕਹਿ ਹੀ ਨਹੀਂ ਸਕੇ, ਉਹ ਤਾਂ ਦੱਸ ਹੀ ਨਾ ਸਕੇ, ਉਹਨਾਂ ਨੇ ਕਿਤੇ ਜ਼ਿਕਰ ਹੀ ਨਹੀਂ ਕੀਤਾ ਇਹਨਾਂ ਦਾ। ਪਰ ਪ੍ਰਭੂ ਦੀ ਬੇਅੰਤਤਾ ਨੂੰ, ਉਹਦੀ ਕਲਾ ਨੂੰ ਕੋਈ ਅੱਖਰਾਂ ਵਿੱਚ ਨਹੀਂ ਲਿਖ ਸਕਦਾ। ਅੱਖਰ ਮੁੱਕ ਜਾਂਦੇ ਨੇ। ਦਰਿਆ ਸਾਰੇ ਸਮੁੰਦਰਾਂ ਦੇ ਕੋਈ ਸਿਆਹੀ ਬਣਾ ਲਵੇ, ਸਾਰੇ ਬਨਸਪਤੀ ਦੀ ਕਲਮ ਬਣਾ ਲਵੇ, ਸਾਰੀ ਧਰਤੀ ਦਾ ਕਾਗਜ਼ ਬਣਾ ਲਵੇ ਤੇ ਲਿਖਣਾ ਸ਼ੁਰੂ ਕਰ ਦੇਵੇ, ਇਹ ਮੁੱਕ ਜਾਏਗੀ। ਸਾਰੀਆਂ ਧਰਤੀਆਂ ਵੀ ਮੁੱਕ ਸਕਦੀਆਂ ਨੇ, ਇੱਕ ਮੇਰੇ ਵਾਹਿਗੁਰੂ ਜੀਓ ਤੇਰੇ ਲੇਖੇ ਨੂੰ ਲਿਖਿਆ ਨਹੀਂ ਜਾ ਸਕਦਾ, ਤੇਰੇ ਲੇਖੇ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪ੍ਰਭੂ ਦੀ ਬੇਅੰਤ ਕਲਾ ਨੂੰ ਕੋਈ ਵੀ ਨਹੀਂ ਲਿਖ ਸਕਦਾ, ਨਾ ਹੀ ਕੋਈ ਬਿਆਨ ਕਰ ਸਕਦਾ ਹੈ। ਕਿਹੜੀ ਕਿਹੜੀ ਚੀਜ਼ ਦਾ ਜ਼ਿਕਰ ਕਰੀਏ ਆਪਾਂ? ਜਦੋਂ ਆਪ ਹੀ ਅਕਥ ਹੈ, ਅਗੰਤ ਹੈ, ਫਿਰ ਉਸ ਦੀ ਰਚਨਾ ਨੂੰ ਕਿਵੇਂ ਮਾਪਿਆ ਤੇ ਤੋਲਿਆ ਜਾ ਸਕਦਾ ਹੈ? ਜਿਸ ਬਣਾਉਣ ਵਾਲੇ ਨੂੰ ਹੀ ਨਹੀਂ ਅਸੀਂ ਕਰ ਸਕਦੇ, ਫਿਰ ਉਹਦੀ ਰਚਨਾ ਨੂੰ ਕਿਵੇਂ ਅਸੀਂ ਲਿਖ ਸਕਦੇ ਹਾਂ? ਉਹਦੀ ਬੇਅੰਤਤਾ ਦਾ ਜ਼ਿਕਰ ਅਸੀਂ ਨਹੀਂ ਕਰ ਸਕਦੇ। ਜਦੋਂ ਉਸ ਦੀ ਰਚਨਾ ਨੂੰ ਅਸੀਂ ਜਦੋਂ ਨਹੀਂ ਲਿਖ ਸਕਦੇ ਤਾਂ ਫਿਰ ਲਿਖਣਾ ਕੀ ਹੈ? ਲੇਖਾ ਹੋਏ ਤਾਂ ਲਿਖੀ ਹੈ, ਲਿਖੇ ਹੋਏ ਵਿਨਾਸ਼। ਇਹ ਕਿਹੜਾ ਬਣਦਾ? ਵੀ ਸਤਿਗੁਰੂ ਜੀ ਕਹਿੰਦੇ ਨੇ ਭਾਈ ਦੇਖ, ਲਿਖਦਿਆਂ ਲਿਖਦਿਆਂ ਕਾਗਜ਼ ਮਸ ਖੋਈ, ਲਿਖਦਿਆਂ ਲਿਖਦਿਆਂ ਕਾਗਜ਼ ਮਸ ਖੋਈ। ਮਸ ਦਾ ਅਰਥ ਹੁੰਦਾ ਸਿਆਹੀ। ਕਹਿੰਦੇ ਮੈਂ ਜਿਹੜੇ ਲਿਖਣ ਵਾਲੇ ਸਨ, ਮੈਂ ਤਾਂ ਇਹ ਕਹਿ ਸਕਦਾ ਕਿ ਤੇਰਾ ਲੇਖਾ ਲਿਖਦਿਆਂ ਲਿਖਦਿਆਂ ਸਾਰੀ ਸਿਆਹੀ ਖਤਮ ਹੋ ਗਈ। ਮੈਂ ਪਹਿਲਾਂ ਬੇਨਤੀ ਕੀਤੀ ਕਿ ਸਾਰੇ ਸਮੁੰਦਰਾਂ ਦੇ ਪਾਣੀਆਂ ਦੀ ਸਿਆਹੀ ਬਣਾ ਲਈ ਜਾਵੇ, ਸਾਰੀ ਧਰਤੀ ਨੂੰ ਕਾਗਜ਼ ਬਣਾ ਲਿਆ ਜਾਵੇ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਣ, ਤੇ ਅਸੀਂ ਵਾਹਿਗੁਰੂ ਜੀ ਦੇ ਬਾਰੇ ਲੇਖਾ ਲਿਖਣ ਦੀ ਕੋਈ ਗੱਲ ਕਰੀਏ ਤਾਂ ਸਤਿਗੁਰੂ ਕਹਿੰਦੇ ਨਹੀਂ ਲਿਖਿਆ ਜਾ ਸਕਦਾ। ਵੱਡਾ ਹੋਵੇ ਕੋਈ ਛੋਟਾ ਹੋਵੇ, ਲਿਖ ਨਹੀਂ ਸਕਦਾ। ਕਦਰ ਕਰਤੇ ਦੀ ਕੁਦਰਤ ਦਾ ਅੰਤ ਕੋਈ ਵੀ ਨਹੀਂ ਪਾ ਸਕਦਾ। ਗੱਲ ਇੱਥੇ ਆ ਕੇ ਮੁੱਕਦੀ ਹੈ। ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਤੇਰੀ ਕੁਦਰਤ ਦਾ ਕੌਣ ਬਿਆਨ ਕਰੇ? ਤੇਰੇ ਬਾਰੇ ਕੌਣ ਗੱਲਾਂ ਕਰੇ? ਤੇਰੇ ਬਾਰੇ ਕੌਣ ਦੱਸੇ? ਮੈਂ ਤਾਂ ਇੱਕ ਵਾਰੀ ਵੀ ਤੇਰੇ ਤੋਂ ਸਦਕੇ ਜਾਣ ਜੋਗਾ ਨਹੀਂ ਹੈ। ਬਸ
ਜੇ ਕਿਤੇ ਨੇ ਪ੍ਰਭੂ ਨੂੰ ਵੇਖ ਲਿਆ ਜਾਂ ਉਹਦੇ ਦਰਸ਼ਨ ਕੀਤੇ ਤਾਂ ਉਹ ਵਿਸਮਾਦ ਵਿੱਚ ਲੋਟ-ਪੋਟ ਹੋ ਗਿਆ, ਵਿਸਮਾਦ ਵਿੱਚ ਹੋ ਗਿਆ, ਉਹਦੇ ਵਿੱਚ ਲੀਨ ਹੋ ਗਿਆ। ਉਹਦੇ ਬਾਰੇ ਅੰਤ ਪਾਉਂਦੀਆਂ ਗੱਲਾਂ ਨਹੀਂ ਕਰ ਸਕਦਾ, ਨਾ ਹੀ ਉਹਦੇ ਅੰਤ ਪਾਉਂਦੀਆਂ ਗੱਲਾਂ ਦੱਸ ਸਕਦਾ। ਬੋਲਣ ਤੇ ਦੱਸਣ ਜੋਗਾ ਹੀ ਨਹੀਂ ਰਿਹਾ। ਜੇ ਕਿਸੇ ਨੇ ਉਹਦੇ ਵਿੱਚ ਪਰਮੇਸ਼ਰ ਦੇ ਗੁਣਾਂ ਦੇ, ਪਰਮੇਸ਼ਰ 'ਚ ਭੇਦ ਹੋ ਗਿਆ, ਹੁਣ ਦੱਸਣ ਜੋਗਾ ਨਹੀਂ ਰਿਹਾ। ਤੇ ਜਦੋਂ ਦੱਸਿਆ ਹੀ ਨਹੀਂ, ਫਿਰ ਉਹ ਕਹਿੰਦੇ ਜੇਵਡ ਆਪ ਜਾਣੇ ਆਪ। ਫਿਰ ਤਾਂ ਇੱਥੇ ਦੀ ਗੱਲਾਂ ਵੀ ਉਹ ਆਪਣੀ ਆਪ ਹੀ ਜਾਣਦਾ। ਉਹਦੇ ਬਾਰੇ ਹੋਰ ਅਸੀਂ ਕੀ ਦੱਸੀਏ, ਅਸੀਂ ਕੀ ਬਿਆਨ ਕਰੀਏ, ਅਸੀਂ ਕੀ ਗੱਲਾਂ ਕਰੀਏ। ਉਹ ਤਾਂ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਇੱਕ ਸਭ ਤੋਂ ਗੱਲ ਇਹੋ ਹੀ ਹੈ, ਉਹਦੀ ਗੱਲਾਂ ਕਰਨੀਆਂ ਤੇ ਦੂਜੇ ਪਾਸੇ ਅੰਤ ਪਾਉਂਦੀਆਂ ਗੱਲਾਂ ਛੱਡ ਕੇ ਉਸ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਲੀਨ ਹੋ ਜਾਣਾ ਹੀ ਸਭ ਤੋਂ ਉੱਚਾ ਕਰਮ ਹੈ, ਸਭ ਤੋਂ ਵੱਡਾ ਕਰਮ ਹੈ। ਉਸ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਲੀਨ ਹੋ ਜਾਣਾ। ਤੋ ਵਾਹਿਗੁਰੂ ਜੀ ਦੀ ਕੁਦਰਤ ਬੇਅੰਤ ਹੈ। ਉਸ ਵਾਹਿਗੁਰੂ ਜੀ ਦੀ ਬੇਅੰਤ ਕੁਦਰਤ ਦਾ ਜ਼ਿਕਰ ਜਿਹੜਾ ਅਸੀਂ ਕਰ ਨਹੀਂ ਸਕਦੇ, ਨਾ ਹੀ ਅਸੀਂ ਉਹਦੀ ਕੁਦਰਤ ਨੂੰ ਬਿਆਨ ਕਰ ਸਕਦੇ ਹਾਂ, ਨਾ ਹੀ ਉਹਦੀ ਕੁਦਰਤ ਬਾਰੇ ਕੋਈ ਦੱਸ ਸਕਦੇ ਹਾਂ। ਉਸ ਵਾਹਿਗੁਰੂ ਤੱਕ ਨਾ ਅਸੀਂ ਪਹੁੰਚਿਆ ਜਾ ਸਕਦਾ ਹੈ, ਕਿਉਂਕਿ ਉਹ ਭੇਦ ਹੈ। ਉਸ ਵਾਹਿਗੁਰੂ ਨੂੰ ਅਸੀਂ ਬਿਆਨ ਕਰ ਹੀ ਨਹੀਂ ਸਕਦੇ। ਹਾਂ, ਮਨੁੱਖ ਜਿਹੜਾ ਹੈ ਹੰਕਾਰ ਦੇ ਵਿੱਚ ਇਸ ਦੁਨੀਆ ਵਿੱਚ ਆ ਕੇ ਆਪਣੇ ਅਭਿਮਾਨ ਦੇ ਵਿੱਚ, ਹੰਕਾਰ ਦੇ ਵਿੱਚ ਕਈ ਕੁਛ ਕਰਦਾ ਹੈ, ਕਈ ਬਲਵੰਚ ਕਰਦਾ ਹੈ, ਕਈ ਮਸਤੀ ਵਿੱਚ ਰਹਿੰਦਾ ਹੈ। ਉਹਦੇ ਵਾਹਿਗੁਰੂ ਦੀ ਯਾਦ ਵਿੱਚ ਜੁੜਦਾ ਹੀ ਨਹੀਂ। ਉਹਦਾ ਜਨਮ, ਹਾਂ, ਜਿਹੜੇ ਇਸ ਤਰ੍ਹਾਂ ਦੇ ਹਨ, ਜਦੋਂ ਫਿਰ ਉਹ ਕਹਿੰਦੇ ਲੈ ਰੱਬ ਵੇਖਿਆ ਹੋਇਆ, ਰੱਬ ਬਾਰੇ ਜਾਣਦੇ ਹੋ। ਕਿਹੜਾ ਰੱਬ? ਕਿਹੜੇ ਰੱਬ ਦੀਆਂ ਗੱਲਾਂ ਕਰਦੇ ਹੋ? ਕਿਹੜੇ ਪਰਮੇਸ਼ਰ ਦੀਆਂ ਗੱਲਾਂ ਕਰਦੇ ਹੋ? ਕੁਦਰਤੀ ਸਭ ਕੁਛ ਹੈ, ਬਸ ਆਹ ਜੋ ਕੁਛ ਦਿਸਦਾ ਹੈ ਉਹੀ ਸਭ ਕੁਝ ਹੈ। ਉਹੋ ਜਿਹੀਆਂ ਗੱਲਾਂ ਕਰਨ ਲੱਗ ਪੈਂਦੇ ਨੇ। ਨਹੀਂ, ਇਹ ਨਹੀਂ। ਉਹਦੇ ਹੁਕਮ ਵਿੱਚ ਕੁਦਰਤ ਬਣੀ ਹੈ, ਉਹਦੇ ਹੁਕਮ ਵਿੱਚ ਕਾਦਰ ਨੇ ਬਣਾਈ ਹੈ। ਉਸ ਕੁਦਰਤ ਨੂੰ ਬਣਾਉਣ ਵਾਲੇ ਕਾਦਰ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਔਰ ਨਾ ਹੀ ਉਹਦੀ ਬਣਾਈ ਹੋਈ ਕੁਦਰਤ ਦਾ ਕੋਈ ਅੰਤ ਪਾਇਆ ਜਾ ਸਕਦਾ ਹੈ। ਉਹਦਾ ਆਰਾ-ਵਾਰ ਅਸੀਂ ਲੱਗ ਸਕਦੇ ਹਾਂ। ਕਿਉਂ? ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਸਾਡੇ ਕੋਲ ਲੇਖਾ ਹਿੰਸੇ ਹੁਣ ਤਾਂ ਲਿਖੀਏ ਨਾ। ਥੱਕ ਗਏ ਸਾਰੇ ਹੀ ਲੱਭਣ ਵਾਲੇ, ਸਾਰੇ ਕਰਨ ਵਾਲੇ, ਸਾਰੇ ਸਮਝਣ ਵਾਲੇ। ਲੱਗੇ ਰਹੇ, ਉਦਮ ਕਰਦੇ ਰਹੇ, ਅਖੀਰ ਹਥਿਆਰ ਸੁੱਟ ਦਿੱਤੇ। ਬਸ ਹਥਿਆਰ ਸੁੱਟ ਕੇ ਕਹਿਣ ਲੱਗੇ ਲੱਖਾਂ ਹੀ ਨੇ, ਲੱਖਾਂ ਪਤਾਲ ਨੇ, ਲੱਖਾਂ ਆਕਾਸ਼ ਨੇ, ਅਸੀਂ ਗਿਣਤੀ ਕੀ ਕਰੀਏ, ਅਸੀਂ ਗਿਣਤੀ ਕੇ ਪਾਸੇ ਨੂੰ ਕਿਉਂ ਜਾਈਏ, ਅਸੀਂ ਗਿਣਤੀ ਵਾਲੇ ਪਾਸੇ ਕਿਉਂ ਤੁਰੀਏ। ਇਹ ਜਦੋਂ ਇਸ ਗੱਲ ਨੂੰ ਤੁਰ ਪਏ ਤਾਂ ਫਿਰ ਗੱਲ ਸਪਸ਼ਟ ਹੋ ਗਈ ਕਿ ਪਰਮੇਸ਼ਰ ਦੀ ਕੁਦਰਤ ਦਾ ਬਿਆਨ ਕਰਨ ਲੱਗਿਆਂ ਹਜ਼ਾਰਾਂ ਜਾਂ ਲੱਖਾਂ ਦੇ ਹਿੰਸੇ ਵੀ ਵਰਤੇ ਨਹੀਂ ਜਾ ਸਕਦੇ। ਇਤਨੀ ਬੇਅੰਤ ਉਹਦੀ ਕੁਦਰਤ ਹੈ ਕਿ ਉਹਦਾ ਲੇਖਾ ਕਰਨ ਲੱਗਿਆਂ ਗਿਣਤੀ ਦੇ ਹਿੱਸੇ ਮੁੱਕ ਜਾਂਦੇ ਹਨ, ਲੇਕਿਨ ਪਰਮੇਸ਼ਰ ਦੀ ਗਿਣਤੀ ਦੀ ਗੱਲ ਅਸੀਂ ਨਹੀਂ ਕਰ ਸਕਦੇ, ਨਾ ਹੀ ਉਹਦੇ ਗਿਣਤੀ ਬਾਰੇ ਕੋਈ ਵਿਚਾਰ ਅਸੀਂ ਦੇ ਸਕਦੇ ਹਾਂ। ਜਦ ਅਸੀਂ ਵਿਚਾਰ ਹੀ ਨਹੀਂ ਦੇ ਸਕਦੇ, ਗੱਲ ਹੀ ਨਹੀਂ ਕਰ ਸਕਦੇ, ਤਾਂ ਫਿਰ ਚੱਲਣਾ ਕਿਉਂ ਹੈ? ਫਿਰ ਅੱਗੇ ਨੂੰ ਤੁਰਨਾ ਕਿਉਂ? ਇਸ ਗੱਲ ਨੂੰ ਸੋਚਣਾ ਹੀ ਕਿਉਂ ਹੈ? ਇਸ ਬਾਰੇ ਸਾਨੂੰ ਤੁਰਨਾ ਹੀ ਨਹੀਂ ਚਾਹੀਦਾ, ਨਾ ਹੀ ਸੋਚਣਾ ਚਾਹੀਦਾ। ਤੇ ਗੁਰੂ ਪਾਤਸ਼ਾਹ ਜੀ ਨੇ ਇੱਥੇ ਸਾਨੂੰ ਗੱਲ ਸਮਝਾ ਦਿੱਤੀ, ਬੇਅੰਤ ਦੀਆਂ ਦਾਤਾਂ ਬੇਅੰਤ ਹਨ। ਉਸ ਪਰਮੇਸ਼ਰ ਦਾ ਹੱਦ ਬੰਨਾ ਲੱਭਣਾ ਸਾਡੇ ਵੱਸ ਦੀ ਗੱਲ ਨਹੀਂ ਹੈ, ਔਰ ਨਾ ਹੀ ਪਰਮੇਸ਼ਰ ਨੂੰ ਅਸੀਂ ਹੱਦ ਬੰਨਿਆਂ ਦੇ ਵਿੱਚ ਬੰਨ ਸਕਦੇ ਹਾਂ, ਨਾ ਹੀ ਪਰਮੇਸ਼ਰ ਨੂੰ ਅਸੀਂ ਉਹਦੀ ਕੁਦਰਤ ਨੂੰ, ਉਹਦੀ ਕਾਇਨਾਤ ਨੂੰ ਅਸੀਂ ਹੱਦ ਬੰਨਿਆਂ ਦੇ ਵਿੱਚ ਬੰਨ ਸਕਦੇ ਹਾਂ। ਤਾਂ ਗੁਰੂ ਜੀ ਨੇ ਚਲੀਆਂ ਆ ਰਹੀਆਂ ਮਿਥਿਆਲਕ ਗੱਲਾਂ, ਮਿਥਿਓਲੋਜੀ ਸੀ ਵੀ ਉਹ ਲੱਖਾਂ ਹਨ, ਉਹ ਹਜ਼ਾਰਾਂ ਹਨ, ਉਹਨਾਂ ਦੇ ਥੱਲੇ ਹੋਰ ਨੇ, ਉਹਨਾਂ ਦੇ ਉੱਤੇ ਹੋਰ ਹੋਏਗਾ। ਇਹ ਗੱਲਾਂ ਸਾਰੀਆਂ ਜਿਹੜੀਆਂ ਸਨ, ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਖਤਮ ਕਰਕੇ ਇੱਕੋ ਗੱਲ ਸਮਝਾ ਦਿੱਤੀ ਕਿ ਵਾਹਿਗੁਰੂ ਜੀ ਦੀ ਬੇਅੰਤਤਾ ਦਾ ਜ਼ਿਕਰ ਅਸੀਂ ਨਹੀਂ ਕਰ ਸਕਦੇ। ਬਸ ਇਹੋ ਹੀ ਗੱਲ ਹੈ ਜਿਹੜੀ ਗੱਲ ਗੁਰੂ ਸਾਹਿਬ ਜੀ ਸਾਨੂੰ ਅੱਜ ਦੀ ਪੌੜੀ ਸਮਝਾਉਂਦੇ ਨੇ ਕਿ ਪ੍ਰਭੂ ਬੇਅੰਤ ਹੈ, ਉਹਨੂੰ ਬੇਅੰਤ ਹੀ ਕਹਿਣਾ ਬਣਦਾ ਹੈ। ਉਸ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ ਬਣਦਾ ਹੈ। ਉਸ ਵਾਹਿਗੁਰੂ ਦੀ ਜੋੜ ਵਿੱਚ ਉਹਦੇ ਗੁਣ ਗਾਉਣੇ ਬਣਦੇ ਹਨ, ਨਾ ਕਿ ਉਸ ਵਾਹਿਗੁਰੂ ਜੀ ਦੇ ਅੰਤ ਵਾਲੇ ਪਾਸੇ ਅਸੀਂ ਚੱਲੀਏ। ਪ੍ਰਭੂ ਦੇ ਗੁਣਾਂ ਦੀ ਰਚੀ ਹੋਈ ਇਹ ਬੇਅੰਤ ਰਚਨਾ ਜਿਹੜੀ ਹੈ, ਉਹਨੂੰ ਲੱਭਣਾ ਜਾਂ ਉਹਨੂੰ ਭਾਲਣਾ, ਇਹ ਕਹਿ ਲਈਏ ਕਿ ਬੰਦਗੀ ਦਾ ਏਮ ਇਹ ਨਹੀਂ ਹੈ। ਉਹਦੇ ਗੁਣ ਗਾਉਣ ਦਾ ਇਹ ਏਮ ਨਹੀਂ ਹੈ ਵੀ ਉਹਦਾ ਅੰਤ ਪਾ ਲਈਏ। ਨਾ, ਬੰਦਗੀ ਦਾ ਕੋਈ, ਜੇ ਅੰਤ ਪਾਉਣ ਵਾਲੇ ਅਸੀਂ ਚੱਲ ਪਈਏ ਫਿਰ ਬੰਦਗੀ ਦਾ ਵੀ ਕੋਈ ਲਾਭ ਨਹੀਂ ਹੈ।
ਉਸ ਦੀ ਬੰਦਗੀ ਕਰਨ ਦਾ ਵੀ ਕੋਈ ਲਾਭ ਨਹੀਂ। ਬੰਦਗੀ ਦੀ ਬਰਕਤ ਨਾਲ ਤਾਂ ਸ਼ਾਹਾਂ ਪਾਤਸ਼ਾਹ ਦੀ, ਮਨੁੱਖ ਦੁਨੀਆ ਦੇ ਸ਼ਾਹਾਂ ਪਾਤਸ਼ਾਹ ਦੀ ਵੀ ਪਰਵਾਹ ਨਹੀਂ ਕਰਦਾ। ਬੰਦਗੀ ਦੀ ਬਰਕਤ ਨਾਲ ਉਹ ਤਾਂ ਕਿਸੇ ਦੀ ਪਰਵਾਹ ਨਹੀਂ ਕਰਦਾ, ਉਹਦਾ ਹਿਰਦਾ ਇੰਨਾ ਬਲਵਾਨ ਹੋ ਜਾਂਦਾ, ਬਸ ਕੇਵਲ ਆਪਣੇ ਵਾਹਿਗੁਰੂ ਤੋਂ ਕੁਰਬਾਨ ਸਦਕੇ ਜਾਣਾ ਤੇ ਉਹ ਤੋਂ ਬਲਿਹਾਰ ਜਾਣ ਤੋਂ ਬਿਨਾਂ ਉਹਦੇ ਅੰਦਰ ਕੋਈ ਨਹੀਂ। ਬਸ ਉਹਦੀ ਵਡਿਆਈ ਫਿਰ ਇਹ ਸਮਝ ਲੈਂਦਾ, ਉਹਦੀ ਵਡਿਆਈ ਦੱਸਣੀ ਤਾਂ ਕਿਤੇ ਰਹੀ, ਉਹਦੀ ਵਡਿਆਈ ਦੀਆਂ ਗੱਲਾਂ ਕਰਨੀਆਂ ਤਾਂ ਕਿਤੇ ਰਹੀਆਂ। ਇੰਨੀ ਬਖਸ਼ਿਸ਼ ਉਹਦੀ ਹੈ ਕਿ ਉਹ ਲਿਖਣ ਵਿੱਚ ਨਹੀਂ ਲਿਆਂਦੀ ਜਾ ਸਕਦੀ। ਉਹਨੂੰ ਕੀ ਲਿਆਉਣਾ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵੀ ਅਸੀਂ ਲਿਖਣ ਵਿੱਚ ਨਹੀਂ ਲਿਆ ਸਕਦੇ। ਵੱਡੇ ਵੱਡੇ ਦਿਸਦੇ ਜਿੰਨੇ ਮਨੁੱਖ ਨੇ ਸਾਰੇ ਉਹਦੇ ਦਰ ਦੇ ਮੰਗਤੇ ਨੇ। ਜਿੰਨਾ ਵੱਡਾ ਉਹ ਪਰਮੇਸ਼ਰ ਹੈ, ਉਸ ਦੀ ਸਾਡੀ ਸੋਚ ਮੰਡਲ ਦੇ ਵਿੱਚ ਵੀ ਉਸ ਵਾਹਿਗੁਰੂ ਨੂੰ ਲਿਆ ਸਕਣਾ ਸਾਡਾ ਸੰਭਵ ਨਹੀਂ ਹੈ। ਤਾਂ ਸਪਸ਼ਟ ਗੱਲ ਕਿ ਵਾਹਿਗੁਰੂ ਦਾ ਅੰਤ ਨਹੀਂ ਪਾਉਣਾ। ਅੰਤ ਪਾਉਣ ਦੀਆਂ ਗੱਲਾਂ ਕਰਨ ਵਾਲੇ ਜੀਵਨ ਦੀ ਬਾਜੀ ਹਾਰ ਜਾਂਦੇ ਹਨ। ਕੇਵਲ ਤਾਂ ਕੇਵਲ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਆਪਣੇ ਜੀਵਨ ਦੇ ਵਿੱਚ ਉਹਨਾਂ ਨੂੰ ਵਸਾ ਕੇ ਉਸ ਦੇ ਵਿੱਚ ਲੀਨ ਹੋ ਜਾਣਾ, ਇਹ ਸਾਡਾ ਜੀਵਨ ਦਾ ਮਕਸਦ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਨ, ਕਿਰਪਾ ਕਰਨ, ਸਾਨੂੰ ਇਹ ਜੁਗਤੀ ਬਖਸ਼ਣ ਕਿ ਅਸੀਂ ਵਾਹਿਗੁਰੂ ਦੇ ਉਹਨਾਂ ਗੁਣਾਂ ਵਿੱਚ ਲੀਨ ਹੋ ਸਕੀਏ, ਤਦ ਕਿ ਸਾਡਾ ਲੋਕ ਪਰਲੋਕ ਸੁਹੇਲਾ ਹੋ ਜਾਏ। ਇੰਨੇ ਬਚਨ ਪ੍ਰਵਾਨ ਕਰਨੇ ਜੀ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।